A very good morning, dear students. ਤੁਸੀਂ ਸਾਰੇ ਬੜੀ ਛੋਟੀਆਂ ਕਲਾਸਾਂ ਤੋਂ 5ਵੀਂ 6ਵੀਂ 7ਵੀਂ 8ਵੀਂ ਤੋਂ ਬੇਟਾ ਤੁਸੀਂ ਸਾਰੇ ਪੜ੍ਹਦੇ ਆ ਰਹੇ ਹੋ। ਰੇਖਾਵਾਂ ਬਾਰੇ, ਬਿੰਦੂਆਂ ਬਾਰੇ ਪੜ੍ਹਦੇ ਆ ਰਹੇ ਹੋ ਨਾ। ਰੇਖਾ ਖੰਡ ਕੀ ਹੁੰਦੇ ਹਨ, ਕਿਰਨ ਕੀ ਹੁੰਦੀ ਹੈ ਜਾਂ ਤਲ ਕੀ ਹੁੰਦੇ ਹਨ। ਤੁਸੀਂ ਇਹਦੇ ਬਾਰੇ ਕਿਤੇ ਨਾ ਕਿਤੇ ਪੜ੍ਹਿਆ ਹੈ, ਤੁਹਾਡੇ ਅਧਿਆਪਕ ਸਾਹਿਬਾਨ ਤੁਹਾਨੂੰ ਦੱਸਦੇ ਰਹੇ ਹਨ। ਬੱਚਿਓ, ਕੀ ਤੁਸੀਂ ਸੋਚਿਆ ਹੈ ਕਿ ਇਹ ਸਾਰੀਆਂ ਜੋ ਅਸੀਂ ਟਰਮਸ ਯੂਜ਼ ਕਰਦੇ ਹਾਂ ਵੀ ਇਸ ਬਾਰੇ ਸਭ ਤੋਂ ਪਹਿਲਾਂ ਕਿਸਨੇ ਸੋਚਿਆ ਜਾਂ ਇਸ ਦੀ ਡੈਫੀਨੇਸ਼ਨ ਜਾਂ ਇਸ ਦੇ ਬਾਰੇ ਸ਼ੁਰੂਆਤ ਕਿਸਨੇ ਕੀਤੀ। ਤਾਂ ਬੱਚਿਓ, ਅੱਜ ਆਪਾਂ ਇਹ ਪੜ੍ਹਾਂਗੇ ਕਿ ਕੌਣ ਉਹ ਮੈਥਮੈਟੀਸ਼ੀਅਨ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਸਾਰਾ ਜੋ ਰੇਖਾ ਗਣਿਤ ਦਾ ਆਪਾਂ ਕੰਮ ਕਰਦੇ ਹਾਂ ਜਾਂ ਟਰਮਸ ਯੂਜ਼ ਕਰਦੇ ਹਾਂ ਉਹਦੇ ਬਾਰੇ ਡੈਫੀਨੇਸ਼ਨ ਦਿੱਤੀਆਂ ਜਾਂ ਉਹਦੇ ਬਾਰੇ ਇੱਕ ਸਿਸਟਮ ਤਿਆਰ ਕੀਤਾ। ਤੇ ਬੱਚਿਓ, ਅੱਜ ਆਪਣਾ ਤੁਹਾਡਾ 5ਵਾਂ ਚੈਪਟਰ ਹੈ ਯੂਕਲਿਡ ਦੀ ਜਮਾਇਤੀ ਨਾਲ ਜਾਣ ਪਹਿਚਾਣ, ਜਿਹਨੂੰ ਅਸੀਂ ਯੂਕਲਿਡੀਅਨ ਜਿਓਮੈਟਰੀ, ਅਸੀਂ ਉਹਦੇ ਬਾਰੇ ਬੇਟਾ ਪੜਾਂਗੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਵੀ ਅਸੀਂ ਤਾਂ ਇਹ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ, ਅੱਜ ਅਸੀਂ ਫਿਰ ਕਿਵੇਂ ਸ਼ੁਰੂ ਕਰੀਏ ਬਿਲਕੁਲ ਸਟਾਰਟਿੰਗ ਤੋਂ। ਤਾਂ ਇਹਦਾ ਕਾਰਨ ਬੇਟੇ ਇਹ ਹੈ ਕਿ ਜਦੋਂ ਜਿਵੇਂ ਜਿਵੇਂ ਅਸੀਂ ਵੱਡੀਆਂ ਕਲਾਸਾਂ 'ਚ ਹੁੰਦੇ ਜਾਂਦੇ ਹਾਂ, ਅਸੀਂ ਓਨੀਆਂ ਹੀ ਅੱਛੀ ਤਰ੍ਹਾਂ ਨਾਲ ਇਹਦੇ ਬਾਰੇ ਅਸੀਂ ਜਿਹੜਾ ਹੈ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਬੱਚਿਓ, ਅੱਜ ਆਪਾਂ ਸ਼ੁਰੂ ਕਰਾਂਗੇ ਕਿ ਸਾਡੇ ਕੋਲ ਯੂਕਲਿਡ ਕੌਣ ਸੀ ਤੇ ਉਹਨਾਂ ਨੇ ਸਾਡੇ ਲਈ ਮੈਥਮੈਟਿਕਸ ਦੇ ਵਿੱਚ ਜਿਹੜਾ ਹੈ ਉਹ ਕੀ ਜਿਹੜਾ ਸਾਡੇ ਲਈ ਕੰਮ ਕੀਤਾ। ਤੇ ਆਓ ਬੱਚਿਓ, ਆਪਾਂ ਹੁਣ ਸਟਾਰਟ ਕਰਦੇ ਹਾਂ ਯੂਕਲਿਡੀਅਨ ਜਿਓਮੈਟਰੀ। ਐਕਚੁਅਲੀ ਯੂਕਲਿਡੀਅਨ ਜਿਓਮੈਟਰੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਦੱਸਣਾ ਚਾਹਾਂਗੀ ਕਿ ਮੈਥਮੈਟਿਕਸ ਜਿਹੜਾ ਹੈ ਬੇਟੇ ਉਹਦੀ ਸ਼ੁਰੂਆਤ ਕਿਵੇਂ ਹੋਈ। ਜਿਵੇਂ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਕਿ ਇਨਸਾਨ ਜੋ ਹੈ ਹੌਲੀ ਹੌਲੀ ਉਹਦਾ ਵਿਕਾਸ ਹੁੰਦਾ ਗਿਆ, ਜਿਵੇਂ ਜਿਵੇਂ ਇਨਸਾਨ ਦੇ ਦਿਮਾਗ ਦੀ ਡਿਵੈਲਪਮੈਂਟ ਹੁੰਦੀ ਗਈ, ਉਵੇਂ ਉਵੇਂ ਜਿਹੜਾ ਹੈ ਮੈਥਮੈਟਿਕਸ ਹੈ ਜਿਹੜਾ ਬੇਟੇ ਉਸ ਦੀ ਵੀ ਡਿਵੈਲਪਮੈਂਟ ਹੈ ਜਿਹੜੀ ਹੁੰਦੀ ਗਈ। ਸਭ ਤੋਂ ਪਹਿਲਾਂ ਅਸੀਂ ਜੇਕਰ ਤੁਹਾਨੂੰ ਯਾਦ ਹੋਵੇ, ਤੁਸੀਂ ਕਿਤੇ ਨਾ ਕਿਤੇ ਜ਼ਰੂਰ ਪੜ੍ਹਿਆ ਹੋਣਾ ਆਦਿ ਮਾਨਵ ਦੇ ਬਾਰੇ। ਜਿਹੜਾ ਅਸੀਂ ਕੀ ਦੇਖਦੇ ਸੀ, ਅਸੀਂ ਕੀ ਪੜ੍ਹਿਆ ਸੀ ਉਹਨਾਂ ਬਾਰੇ ਕਿ ਉਹ ਕਿਵੇਂ ਜਿਹੜਾ ਹੈ ਉਹਨਾਂ ਨੇ ਆਪਣੀ ਗਿਣਤੀ ਸ਼ੁਰੂ ਕੀਤੀ। ਤੁਸੀਂ ਕਿਤੇ ਨਾ ਕਿਤੇ ਆਪਣੀ SST ਦੀ ਬੁੱਕ 'ਚ ਪੜ੍ਹਿਆ ਹੋਣਾ ਹੈ ਕਿ ਜਿਵੇਂ ਜਿਹੜਾ ਆਦਿ ਮਾਨਵ ਸੀ, ਆਦਿ ਮਨੁੱਖ ਸੀ, ਜਦੋਂ ਉਹ ਭੇਡਾਂ ਚਾਰਨ ਜਾਂਦੇ ਸੀ ਜਾਂ ਕੋਈ ਉਹਨਾਂ ਦੇ ਕੋਲ ਜੋ ਜਾਨਵਰ ਰੱਖੇ ਸੀ ਤਾਂ ਉਹ ਜੇ ਜੰਗਲ ਵਿੱਚ ਉਹਨਾਂ ਨੂੰ ਭੇਜਦੇ ਸੀ ਤਾਂ ਇੱਕ ਇੱਕ ਰੋੜੇ ਦੇ ਨਾਲ ਜਾਂ ਇੱਕ ਪੱਥਰ ਦੇ ਨਾਲ ਉਹ ਉਹਨਾਂ ਦੀ ਗਿਣਤੀ ਕਰਦੇ ਸੀ ਕਿ ਵੀ ਇੰਨੇ ਗਏ, ਇੱਕ ਇੱਕ ਪੱਥਰ ਉਹਨੇ ਰੱਖੇ, ਜਿਵੇਂ ਜਿਵੇਂ ਵਾਪਸ ਆਏ ਉਹ ਆਪਣੇ ਉਹਨੇ ਪੱਥਰ ਉਹ ਇੱਕ ਸਾਈਡ ਤੇ ਕਰਦੇ ਜਾਂਦੇ ਸਨ। ਇਹ ਯਾਦ ਰੱਖਣ ਲਈ, ਇਹ ਪਤਾ ਕਰਨ ਲਈ ਵੀ ਜਿੰਨੇ ਜਾਨਵਰ ਉਹਨਾਂ ਨੇ ਅੰਦਰ ਭੇਜੇ ਸੀ ਕੀ ਉਹਨੇ ਵਾਪਸ ਆ ਗਏ ਹਨ। ਤਾਂ ਉਸੇ ਤਰ੍ਹਾਂ ਬੇਟੇ ਅਸੀਂ ਦੇਖਦੇ ਹਾਂ ਕਿ ਤੁਸੀਂ ਦੇਖ ਰਹੇ ਹੋ ਪਹਿਲਾਂ ਜਿਵੇਂ ਤੁਸੀਂ ਜਾਨਵਰ ਵਾਲਾ ਮੈਂ ਤੁਹਾਨੂੰ ਉਦਾਹਰਨ ਦਿੱਤਾ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਅਸੀਂ ਹੱਥਾਂ ਦੀਆਂ ਉਂਗਲੀਆਂ ਨਾਲ ਜਿਹੜਾ ਹੈ ਜੋ ਮਾਨਵ ਹੈ, ਇਨਸਾਨ ਹੈ, ਉਸਨੇ ਇਹਦੇ ਨਾਲ ਜੋ ਗਿਣਤੀ ਹੈ ਜਾਂ ਮੈਥਮੈਟਿਕਸ ਲਈ ਇਸ ਦਾ ਯੂਜ਼ ਕਰਨਾ ਸ਼ੁਰੂ ਕੀਤਾ। ਫਿਰ ਤੁਸੀਂ ਦੇਖ ਰਹੇ ਹੋਵੋਗੇ ਕਿ ਜਿਹੜਾ ਨੀਚੇ ਤੁਸੀਂ ਇੱਕ ਸੀਨ ਦੇਖ ਰਹੇ ਹੋਵੋਗੇ ਕਿ ਧਰਤੀ ਨੂੰ ਮਾਪਣ ਲਈ, ਜ਼ਮੀਨ ਦੇ ਟੁਕੜਿਆਂ ਨੂੰ ਮਾਪਣ ਲਈ ਉਹਨਾਂ ਨੇ ਇਹ ਕਿਸੇ ਇਜਿਪਟ ਦੀ, ਤੁਹਾਨੂੰ ਦੇਖਣ 'ਚ ਲੱਗਦਾ ਉਹ ਮਿਸਰ ਦੀ ਫੋਟੋ ਹੈ, ਜੇ ਤੁਸੀਂ ਦੇਖੋ ਇੱਕ ਪੇਂਟਿੰਗ ਹੈ ਬਹੁਤ ਪ੍ਰਾਚੀਨ, ਉਹਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਖੇਤ ਨੂੰ ਮਾਪਣ ਲਈ ਇੱਕ ਜਿਹੜਾ ਫੀਤਾ ਹੈ, ਜੇ ਤੁਸੀਂ ਦੇਖ ਪਾ ਰਹੇ ਹੋ ਇੱਕ ਫੀਤਾ ਉਹਨਾਂ ਦੇ ਹੱਥ ਵਿੱਚ ਜਿਹੜਾ ਪਕੜਿਆ ਹੋਇਆ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨਾਲ ਹੀ ਬੇਟਾ ਜੋ ਮੈਥਮੈਟਿਕਸ ਦੀ ਡਿਵੈਲਪਮੈਂਟ, ਉਹਦਾ ਵਿਕਾਸ ਸ਼ੁਰੂ ਹੋਇਆ। ਫਿਰ ਉਸ ਤੋਂ ਬਾਅਦ ਗਿਣਤੀ ਤੋਂ ਬਾਅਦ ਫਿਰ ਉਹਨਾਂ ਤੇ ਆਪਰੇਸ਼ਨ ਸ਼ੁਰੂ ਹੋਏ। ਆਪਰੇਸ਼ਨ ਤੁਸੀਂ ਸਮਝਦੇ ਹੋ, ਪਲੱਸ ਮਾਈਨਸ, ਗੁਣਾ ਭਾਗ। ਫਿਰ ਬੇਟੇ ਹੌਲੀ ਹੌਲੀ ਉਸ ਤੋਂ ਬਾਅਦ ਮੈਥਮੈਟਿਕਸ ਦੀ ਨੈਕਸਟ ਜੋ ਬ੍ਰਾਂਚ ਐਲਜੈਬਰਾ, ਫਿਰ ਉਸ ਤੋਂ ਬਾਅਦ ਜਿਹੜੀ ਹੈ ਉਸੇ ਤਰ੍ਹਾਂ ਦੀ ਇੱਕ ਬੜੀ ਇੰਪੋਰਟੈਂਟ ਬ੍ਰਾਂਚ ਹੈ ਜਿਹੜੀ ਜਿਓਮੈਟਰੀ। ਇਹ ਸਾਰੀਆਂ ਜੋ ਬ੍ਰਾਂਚਿਸ ਹੈ ਮੈਥਮੈਟਿਕਸ ਦੀਆਂ ਬਹੁਤ ਇੰਪੋਰਟੈਂਟ ਨੇ, ਇਹ ਸਾਰੀਆਂ ਜੋ ਹੈ ਉਹ ਮੈਥ ਦੇ ਵਿੱਚ ਡਿਵੈਲਪ ਹੋਈਆਂ। ਹੁਣ ਤੁਸੀਂ ਦੇਖ ਪਾ ਰਹੇ ਹੋ ਜੋ ਨੀਚੇ ਇੱਕ ਤਸਵੀਰ ਦਿਖਾਈ ਦੇ ਰਹੀ ਹੈ ਕਿ ਮੈਥਮੈਟਿਕਸ ਹੈ ਜੋ ਰੇਖਾ ਗਣਿਤ ਹੈ, ਸਪੈਸ਼ਲੀ ਜੋ ਜਿਓਮੈਟਰੀ ਹੈ, ਉਹਦੀ ਬੇਟਾ ਸ਼ੁਰੂਆਤ ਭੂਮੀ ਨਾਪਣ ਤੋਂ ਹੋਈ ਸੀ। ਭੂਮੀ ਦੇ ਟੁਕੜੇ ਨਾਪਣ ਤੋਂ, ਜਾਂ ਜਿਵੇਂ ਤੁਸੀਂ ਇਹ ਕਹਿ ਸਕਦੇ ਹੋ ਜਿਵੇਂ ਜਿਵੇਂ ਇਨਸਾਨ ਨੇ ਖੇਤੀ ਸ਼ੁਰੂ ਕੀਤੀ ਤਾਂ ਹੋ ਸਕਦਾ ਹੈ ਕਿ ਆਪਣੀ ਮੇਰੀ ਜ਼ਮੀਨ ਦਾ ਟੁਕੜਾ ਇੱਥੋਂ ਤੋਂ ਇੱਥੋਂ ਤੱਕ ਹੈ, ਤੇਰੀ ਇੱਥੋਂ, ਤਾਂ ਉਹਦੇ ਲਈ ਉਹਨਾਂ ਨੇ ਇੱਥੋਂ ਹੀ ਜੋ ਜਿਓਮੈਟਰੀ ਦਾ ਬੇਟਾ ਵਿਕਾਸ ਹੋਣਾ ਹੈ ਉਹ ਸ਼ੁਰੂ ਹੋਇਆ ਸੀ। ਤੇ ਹੁਣ ਆਪਾਂ ਦੇਖਦੇ ਹਾਂ ਕਿ ਜਿਓਮੈਟਰੀ, ਜਿਹਨੂੰ ਅਸੀਂ ਜਿਮਾਇਤੀ ਕਹਿੰਦੇ ਹਾਂ, ਉਹਦਾ ਐਕਚੁਅਲੀ ਮੀਨਿੰਗ ਕੀ ਹੈ। ਜਿਓਮੈਟਰੀ ਸ਼ਬਦ ਹੈ ਬੇਟਾ ਉਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੋਇਆ ਹੈ, ਇੱਕ ਜੀਓ, ਇੱਕ ਮੀਟਰ। ਜੀਓ ਦਾ ਅਰਥ ਕੀ ਹੁੰਦਾ ਹੈ? ਜੀਓ ਦਾ ਅਰਥ ਹੁੰਦਾ ਹੈ ਬੇਟੇ ਧਰਤੀ, ਔਰ ਉਸੇ ਤਰ੍ਹਾਂ ਨਾਲ ਮੀਟਰਨ ਦਾ ਅਰਥ ਹੁੰਦਾ ਹੈ ਨੂੰ ਮਾਪਣਾ। ਠੀਕ ਹੈ, ਧਰਤੀ ਨੂੰ ਮਾਪਣ ਦੇ ਜੋ ਕਹਿ ਰੋ ਕਿ ਉਸ ਦੇ ਨਾਲ ਹੀ ਜਿਓਮੈਟਰੀ ਦੀ ਜਿਹੜੀ ਹੈ ਸ਼ੁਰੂਆਤ ਹੋਈ।
ਇਹ ਜਿਹੜੀਆਂ ਸਭਿਤਾਵਾਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਹਨ, ਮਿਸਰ, ਬੈਬੀਲੋਨ, ਚੀਨ, ਭਾਰਤ, ਯੂਨਾਨ, ਇਹਨਾਂ ਦੇ ਵਿੱਚ ਜਿਹੜੀ ਹੈ ਬੇਟੇ ਸਭ ਤੋਂ ਪਹਿਲਾਂ ਜਿਓਮੈਟਰੀ ਇਹਦੇ ਤੇ ਬਹੁਤ ਕੰਮ ਇਹਨਾਂ ਦੇ ਵਿੱਚ ਹੋ ਚੁੱਕਿਆ ਸੀਗਾ। ਤੁਹਾਨੂੰ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਸੀਨ ਵੀ ਦੇਖਿਆ ਹੋਣਾ, ਤੁਸੀਂ ਮਿਸਰ ਦੇ ਵਿੱਚ ਸੁਨੇ ਹਨ ਨਾ ਪਿਰਾਮਿਡਸ, ਉਹ ਦੇਖੋ ਕਿੰਨੇ ਪ੍ਰਾਚੀਨ ਹੈ। ਉਹਨਾਂ ਦੀ ਪਿਰਾਮਿਡਸ ਆਪਾਂ ਕਿਹੜੀ ਸ਼ੇਪ ਹੈ ਤੁਹਾਨੂੰ ਪਤਾ ਹੈ ਨਾ, ਮੈਥਮੈਟਿਕਲ ਸ਼ੇਪ, ਜਿਓਮੈਟ੍ਰੀਕਲ ਸ਼ੇਪ ਹੈ ਇਹ, ਤੇ ਇਹ ਦੇਖੋ ਕਿੰਨੀ ਪੁਰਾਣੀ ਉੱਥੇ ਹੈ ਜਿਹੜੀ ਉਹ ਬਣੀ ਹੋਈ ਹੈ। ਤਾਂ ਤੁਸੀਂ ਦੇਖੋ ਇਹਦਾ ਮਤਲਬ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਜੋ ਆਪਣੀਆਂ ਜਿਓਮੈਟ੍ਰੀਕਲ ਸ਼ੇਪਸ ਹੈ ਉਹਨਾਂ ਦਾ ਸਭ ਕੁਝ ਐਗਜ਼ੈਕਟ ਪਤਾ ਸੀ। ਹੁਣ ਆਪਾਂ ਥੋੜਾ ਜਿਹਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗੀ ਕਿ ਦੇਖੋ ਪਤਾ ਇੰਡੀਆ ਦੇ ਵਿੱਚ ਵੀ ਸੀ ਬੇਟਾ, ਇੰਡੀਆ ਦੇ ਵਿੱਚ ਵੀ ਜੇ ਤੁਸੀਂ ਦੇਖੋ ਕਿ ਆਪਣੇ ਕੋਲ ਜਿਹੜੀਆਂ ਤੁਸੀਂ ਆਪਣੇ SST ਟੀਚਰ ਤੋਂ ਪੁੱਛ ਕੇ ਦੇਖਣਾ, ਜਿਹੜੀ ਇੰਡਸ ਵੈਲੀ ਸਿਵਿਲਾਈਜੇਸ਼ਨ ਸੀ ਉਹਦੇ ਵਿੱਚ ਜਿਹੜੀਆਂ ਇੱਟਾਂ ਸਾਨੂੰ ਖੁਦਾਈ ਤੋਂ ਪ੍ਰਾਪਤ ਹੋ ਰਹੀਆਂ ਬੇਟੇ, ਉਹਨਾਂ ਦਾ ਜਿਹੜਾ ਰੇਸ਼ੋ ਹੈ that is 4:2:1, ਲੰਬਾਈ ਚੌੜਾਈ ਤੇ ਉਚਾਈ ਦੀ ਰੇਸ਼ੋ ਤੁਹਾਨੂੰ ਫਿਕਸ ਮਿਲਦੀ ਹੈ। ਦੇਖੋ ਕਿੰਨਾ ਜ਼ਿਆਦਾ ਉਹਨਾਂ ਦੇ ਕੋਲ ਨਾਪ ਮੈਜ਼ਰਮੈਂਟ ਐਗਜ਼ੈਕਟ ਲੈਣ ਦਾ ਉਹਨਾਂ ਕੋਲ ਤਰੀਕੇ ਸਨ। ਉਸੇ ਤਰ੍ਹਾਂ ਬੇਟੇ ਆਪਣੇ ਸੁਲਭ ਸੂਤਰਾਜ਼ ਨੇ ਇੰਡੀਆ ਦੇ ਵਿੱਚ ਪਾਏ ਜਾਂਦੇ ਹਨ, ਉਹਦੇ ਵਿੱਚ ਵੀ ਇਹ ਦੱਸਿਆ ਗਿਆ ਹੈ ਕਿ ਜਦੋਂ ਪੁਰਾਣੇ ਜ਼ਮਾਨੇ ਵੈਦਿਕ ਕਾਲ ਦੇ ਵਿੱਚ, ਜਿਹੜਾ ਕਿ ਤੁਸੀਂ ਦੇਖੋ ਅੱਜ ਤੋਂ ਲਗਭਗ 3000 ਸਾਲ ਤੋਂ ਵੀ ਪਹਿਲਾਂ ਸੀ, ਵੈਦਿਕ ਕਾਲ ਦੇ ਵਿੱਚ ਬੱਚਿਓ ਕੀ ਕੀਤਾ ਜਾਂਦਾ ਸੀ, ਹਵਨ ਯੱਜ ਹੁੰਦੇ ਸੀ ਜਿਹੜੇ, ਉਹਦੀਆਂ ਜਿਹੜੀਆਂ ਵੇਦੀਆਂ ਜਿਹਦੇ 'ਚ ਆਪਾਂ ਹਵਨ ਕਰਦੇ ਹਾਂ, ਹਵਨ ਕੁੰਡ ਜਿਹਨੂੰ ਜਾਂ ਯੱਜ ਦੀ ਵੇਦੀਆਂ ਕਹਿੰਦੇ ਆ ਬੇਟਾ, ਉਹ ਵੀ ਸਾਰੀਆਂ ਦੀਆਂ ਸਾਰੀਆਂ ਜਿਓਮੈਟ੍ਰੀਕਲ ਜਿਹੜੀਆਂ ਸ਼ੇਪਸ ਹੁੰਦੀਆਂ ਸੀ। ਜੇ ਤੁਸੀਂ ਆਪਣੇ 5th ਚੈਪਟਰ ਦੇ ਵਿੱਚ ਜਦੋਂ ਵੀ ਤੁਹਾਨੂੰ ਟਾਈਮ ਮਿਲਿਆ, ਤੁਸੀਂ ਉਸ ਤੋਂ ਪਹਿਲਾਂ ਜਿੰਨੀ ਥਿਊਰੀ ਪੋਰਸ਼ਨ ਹੈ ਜ਼ਰੂਰ ਪੜ੍ਹ ਕੇ ਦੇਖਣਾ, ਬੜਾ ਇੰਟਰਸਟਿੰਗ ਹੈ। ਉਹਦੇ ਵਿੱਚ ਦੱਸਿਆ ਹੋਇਆ ਹੈ ਕਿ ਜੇ ਘਰਾਂ ਦੇ ਵਿੱਚ ਹਵਨ ਹੁੰਦਾ ਸੀ ਤਾਂ ਵੇਦੀਆਂ ਜਿਹੜੀਆਂ ਹੁੰਦੀਆਂ ਸੀ ਵਰਗਾਕਾਰ ਜਾਂ ਚੱਕਰਾਕਾਰ ਹੁੰਦੀਆਂ ਸਨ, ਲੇਕਿਨ ਜੇ ਕੋਈ ਪਬਲਿਕ ਤਰ੍ਹਾਂ ਉਸ ਤੇ ਹਵਨ ਹੋਣਾ ਹੈ, ਪਬਲਿਕ ਪਲੇਸ ਤੇ ਹੋਣਾ ਹੈ, ਤਾਂ ਫਿਰ ਉਹ ਜਿਹੜੀਆਂ ਵੇਦੀਆਂ ਜਾਂ ਰੈਕਟੈਂਗੂਲਰ ਹੁੰਦੀਆਂ ਸਨ ਜਾਂ ਟ੍ਰਾਇੰਗੂਲਰ ਹੁੰਦੀਆਂ ਸਨ, ਯਾਨੀ ਤ੍ਰਿਭੁਜਾਕਾਰ ਹੁੰਦੀਆਂ ਸਨ, ਜਾਂ ਟ੍ਰਪੀਜ਼ੀਅਮ ਸਮਲੰਬ ਚਤੁਰਭੁਜ ਆਕਾਰ ਦੀਆਂ ਬੇਟਾ ਬਣਾਈਆਂ ਜਾਂਦੀਆਂ ਸਨ। ਇੱਕ ਹੋਰ ਤੁਸੀਂ ਕਦੇ ਕਦੇ ਟੀਵੀ ਤੇ ਐਡ ਜਾਂ ਤੁਸੀਂ ਵੈਸੇ ਕਦੇ ਨੈਟ ਤੇ ਸਰਚ ਕਰਕੇ ਦੇਖਣਾ, ਸ਼੍ਰੀ ਯੰਤਰ ਹੁੰਦਾ ਜਿਹੜਾ ਆਪਣੇ ਬਹੁਤ ਪ੍ਰਾਚੀਨ ਆਪਣੇ ਉਹਦੇ ਤੋਂ ਬੰਦੇ ਇਹਨਾਂ ਨੂੰ ਮੰਨਿਆ ਜਾਂਦਾ ਹੈ, ਤੇ ਇਹਦੇ ਵਿੱਚ ਵੀ ਬੇਟਾ 9 ਤੁਹਾਡੇ ਕੋਲ 9 ਸਮਦੋਭੁਜੀ ਤ੍ਰਿਭੁਜਾਂ ਦੀ ਨੂੰ ਆਪਸ ਦੇ ਵਿੱਚ ਮਿਲਾ ਕੇ ਇਹ ਬਣੇ ਹੋਏ ਨੇ। ਤਾਂ ਮੇਰਾ ਦੱਸਣ ਦਾ ਮਤਲਬ ਇਹ ਹੈ ਕਿ ਭਾਰਤ ਦੇ ਵਿੱਚ ਵੀ ਜਿਹੜਾ ਮੈਥਮੈਟਿਕਸ ਦੀ ਡਿਵੈਲਪਮੈਂਟ ਬਹੁਤ ਜ਼ਿਆਦਾ ਹੋਈ ਵੀ ਸੀ, ਲੇਕਿਨ ਇੱਕ ਥੋੜਾ ਜਿਹਾ ਫਰਕ ਕੀ ਸੀ, ਜਿਵੇਂ ਮਿਸਰ ਦੇ ਵਿੱਚ ਤੁਸੀਂ ਦੇਖੋ ਪਿਰਾਮਿਡਸ ਹਜੇ ਤੱਕ ਵੀ ਉਹਨਾਂ ਨੂੰ ਮਤਲਬ ਇੱਕ ਬੈਸਟ ਉਹ ਮੰਨਿਆ ਜਾਂਦਾ ਹੈ, ਇੱਕ ਜਿਹੜੀ ਸਟਰਕਚਰ ਮੰਨੀ ਜਾਂਦੀ ਹੈ, ਲੇਕਿਨ ਉੱਥੇ ਕੀ ਸੀ ਕਿ ਲੋਕਾਂ ਨੂੰ ਨੌਲੇਜ ਬਹੁਤ ਸੀ ਪਰ ਬਹੁਤਾ ਰਿਟਨ ਕਹਿ ਲਓ ਜਾਂ ਇਹਨਾਂ ਦਾ ਪ੍ਰੂਫ ਵੱਲ ਧਿਆਨ ਨਹੀਂ ਸੀ, ਇਹਨਾਂ ਦੇ ਕੋਲ ਨੌਲੇਜ ਬਹੁਤ ਸੀ ਤੇ ਨੌਲੇਜ ਅਗਲੀਆਂ ਪੀੜ੍ਹੀਆਂ ਦੇ ਵਿੱਚ ਔਰਲ ਮੂੰਹ ਨਾਲ ਬੋਲਣ ਨਾਲ ਜਾਂ ਕੋਈ ਪੱਤਿਆਂ ਤੇ ਕੁਝ ਉਹਨਾਂ ਨੇ ਲਿਖਿਆ, ਪੱਥਰ ਤੇ ਖੁਦਾਈ ਕੀਤੀ, ਉਵੇਂ ਜਾਂਦੇ ਰਹੇ। ਈਵਨ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਸੀ। ਲੇਕਿਨ ਇੱਕ ਬੇਟੇ ਸਭਿਅਤਾ ਸੀ ਗ੍ਰੀਕ ਸਭਿਅਤਾ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਲੋਕ ਬਹੁਤ ਇਸ ਗੱਲ ਤੇ ਬਿਲੀਵ ਕਰਦੇ ਸਨ ਕਿ ਜੋ ਕੁਝ ਅਸੀਂ ਵਰਤ ਰਹੇ ਹਾਂ ਜਾਂ ਸਾਡੇ ਆਲੇ ਦੁਆਲੇ ਹੈ ਅਸੀਂ ਉਹਦਾ ਪ੍ਰੂਫ ਕਰੀਏ। ਤਾਂ ਇਹ ਲੋਕ ਪ੍ਰਮਾਣ ਦੇ ਵਿੱਚ ਬਹੁਤ ਜ਼ਿਆਦਾ ਬਿਲੀਵ ਕਰਦੇ ਸਨ। ਤੇ ਚਲੋ ਹੁਣ ਆਪਾਂ ਇੱਕ ਵਾਰੀ ਗੱਲ ਕਰਦੇ ਹਾਂ, ਜੋ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ, ਜਮਾਇਤੀ ਦੀ ਵਰਤੋਂ ਕਿਸ ਚੀਜ਼ ਲਈ ਕੀਤੀ ਜਾਂਦੀ ਹੈ, ਭੂਮੀ ਨੂੰ ਮਾਪਣ ਲਈ ਤੇ ਕੁਝ ਖਾਸ ਕਥਨਾਂ ਨੂੰ ਸਿੱਧ ਕਰਨ ਲਈ। ਹੁਣ ਬੇਟੇ ਤੁਹਾਡੇ ਦਿਮਾਗ 'ਚ ਆਊਗਾ ਵੀ ਕਥਨ ਕੀ ਹੁੰਦੇ ਹਨ। ਕਥਨਾਂ ਨੂੰ ਬੇਟਾ ਅਸੀਂ ਇੰਗਲਿਸ਼ ਕੀ ਬੋਲਦੇ ਹਾਂ, ਸਟੇਟਮੈਂਟਸ। ਦੇਖੋ ਹੁਣ ਤੁਸੀਂ 9th ਕਲਾਸ ਦੇ ਵਿੱਚ ਆ ਗਏ ਹੋ ਤਾਂ ਤੁਹਾਨੂੰ ਇਹ ਬਹੁਤ ਜੋ ਚੀਜ਼ਾਂ ਹੁੰਦੀਆਂ ਮਾਈਨਿਊਟਲੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਕਿਉਂਕਿ ਤੁਹਾਡੇ 'ਚੋਂ ਬਹੁਤ ਸਾਰੇ ਬੱਚੇ ਜਦੋਂ ਤੁਸੀਂ 10th ਕਰ ਜਾਓਗੇ, ਤੁਸੀਂ ਮੈਥਸ ਲਓਗੇ ਨਾ ਅੱਗੇ, ਤਾਂ ਫਿਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬੇਟਾ ਕੰਮ ਆਉਣਗੀਆਂ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਜੋ ਕਥਨ ਹੈ ਉਹਨਾਂ ਦੇ ਉਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ, ਕਥਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਤਾਂ ਮੈਂ ਤੁਹਾਨੂੰ ਪਹਿਲਾਂ ਇਸ ਤੋਂ ਪਹਿਲਾਂ ਇਹ ਦੱਸਾਂਗੀ ਕਥਨ ਹੁੰਦਾ ਐਕਚੁਅਲੀ ਕੀ ਹੈ। ਕਥਨ ਹੁੰਦਾ ਹੈ ਕਿ ਜਿਹੜਾ ਜਾਂ ਤਾਂ ਸੱਚ ਹੋਵੇ ਜਾਂ ਬਿਲਕੁਲ ਝੂਠ ਹੋਵੇ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਕਹਾਂ ਕਿ ਜੋ ਗੰਗਾ ਹੈ ਉਹ ਇੰਗਲੈਂਡ ਵਿੱਚ ਵਹਿੰਦੀ ਹੈ, ਤਾਂ ਤੁਸੀਂ ਇੱਕਦਮ ਕਹੋਗੇ ਕਿ ਇਹ ਗਲਤ ਹੈ, ਪਰ ਤੁਸੀਂ ਕਿਉਂਕਿ ਇਹ ਬਿਲਕੁਲ ਸਾਰੇ ਇਹਦਾ ਜਵਾਬ ਦੇਣਗੇ ਕਿ ਇਹ ਗਲਤ ਹੈ, ਤਾਂ ਇਹ ਇਟ ਇਜ਼ ਅ ਸਟੇਟਮੈਂਟ। ਠੀਕ ਹੈ, ਜਿਹਦਾ ਕਿ ਸਾਨੂੰ ਪੱਕਾ ਪਤਾ ਹੋਵੇ ਕਿ ਜਾਂ ਇਹ ਗਲਤ ਹੈ ਜਾਂ ਇਹ ਸਹੀ ਹੈ। ਸਾਡੇ ਕੋਲ ਇਸ ਤਰ੍ਹਾਂ ਉਹਦਾ ਕੋਈ ਵਿੱਚ ਵਾਲਾ ਆਨਸਰ ਨਹੀਂ ਹੋਣਾ ਚਾਹੀਦਾ। ਹੁਣ ਮੰਨ ਲਓ ਮੈਂ ਕਹਾਂ ਕਿ ਮੇਰੀ ਕਲਾਸ 'ਚ ਇੱਕ ਸਟੂਡੈਂਟ ਹੈ, ਮੀਨਾ ਬਹੁਤ ਹੁਸ਼ਿਆਰ ਹੈ, ਤੇ ਮੰਨ ਲਓ ਮੈਂ ਮੈਥਸ ਪੜ੍ਹਾਉਂਦੀ ਹਾਂ, ਮੇਰੇ ਸਬਜੈਕਟ ਹੋ ਸਕਦਾ ਉਹ ਬਹੁਤ ਹੁਸ਼ਿਆਰ ਹੋਵੇ, ਲੇਕਿਨ ਤੁਹਾਡੇ ਮੰਨ ਲਓ ਬੱਚਾ ਇੰਗਲਿਸ਼ ਦਾ ਕੰਮ ਜਾਂ ਹਿੰਦੀ ਦਾ ਕੰਮ ਉਹਨਾਂ ਅੱਛਾ ਨਹੀਂ ਕਰਦਾ, ਤਾਂ ਉਹ ਟੀਚਰ ਲਈ ਹੁਸ਼ਿਆਰ ਨਹੀਂ ਹੈ, ਤਾਂ ਇਹਨੂੰ ਅਸੀਂ ਸਟੇਟਮੈਂਟ ਨਹੀਂ ਕਵਾਂਗੇ। ਤੇ ਦੇਖੋ ਬੇਟਾ ਹੁਣ ਅਸੀਂ ਸਿੱਖਦੇ ਹਾਂ ਕਿ ਕਥਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਸਭ ਤੋਂ ਪਹਿਲਾਂ ਬੇਟੇ
ਹੁੰਦੇ ਹਨ, ਜਿਵੇਂ ਜਿਹਨੂੰ ਅਸੀਂ ਥਿਊਰਮਾਂ ਕਹਿੰਦੇ ਹਾਂ। ਮੈਂ ਪਹਿਲਾਂ ਤਾਂ ਲਿਖਿਆ ਕਿਉਂਕਿ ਥਿਊਰਮ ਸ਼ਬਦ ਤੁਸੀਂ ਆਮ ਸੁਣਦੇ ਹੋ। ਉਹ ਗਣਿਤਕ ਕਥਨ ਜਿਸ ਦੀ ਸੱਚਾਈ ਸਥਾਪਿਤ ਕੀਤੀ ਜਾ ਚੁੱਕੀ ਹੈ। ਉਹ ਗਣਿਤਕ ਕਥਨ ਜਿਸ ਦੀ ਸੱਚਾਈ ਸਥਾਪਿਤ ਕੀਤੀ ਜਾ ਚੁੱਕੀ ਹੈ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਪੜ੍ਹਦੇ ਆ ਰਹੇ ਹੋ ਕਿ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਹੁਣ ਤੁਸੀਂ 9th ਕਲਾਸ 'ਚ ਬੇਟਾ ਇਹ ਸਿੱਧ ਕਰੋਗੇ। ਹੁਣ ਤੱਕ ਆਪਾਂ ਇਹ ਪੜ੍ਹਿਆ ਹੈ, ਇਹ ਕਥਨ ਅਸੀਂ ਪੜ੍ਹਿਆ ਹੈ, ਸਿੱਖਿਆ ਹੈ, ਵੈਰੀਫਾਈ ਕੀਤਾ ਹੈ, ਪਰ ਅਸੀਂ ਇਹਨੂੰ ਪ੍ਰੂਫ ਨਹੀਂ ਕੀਤਾ। ਹੁਣ 9th ਕਲਾਸ ਦੇ ਵਿੱਚ ਤੁਸੀਂ ਇਸ ਦੀ ਸੱਚਾਈ ਸਥਾਪਿਤ ਯਾਨੀ ਪ੍ਰਮਾਣਿਤ ਕਰੋਗੇ ਇਸ ਨੂੰ। ਉਸ ਤੋਂ ਬਾਅਦ ਬੇਟੇ ਕਈ ਕਥਨ ਹੁੰਦੇ ਹਨ ਕਿਆਸ। ਉਹ ਕਥਨ ਜਿਸ ਨੂੰ ਅਸੀਂ ਆਪਣੇ ਗਣਿਤਕ ਗਿਆਨ ਅਤੇ ਅਨੁਭਵ ਦੇ ਆਧਾਰ ਤੇ ਮੰਨ ਲੈਂਦੇ ਹਾਂ, ਪਰ ਅਜੇ ਇਹ ਸਿੱਧ ਨਹੀਂ ਹੋਏ ਹੁੰਦੇ। ਯਾਨੀ ਕਿ ਕਈ ਵਾਰ ਉਹਨੂੰ ਅਸੀਂ ਅਨੁਭਵ ਦੇ ਨਾਲ ਜਾਂ ਆਬਜ਼ਰਵੇਸ਼ਨ ਦੇ ਹਿਸਾਬ ਨਾਲ ਅਸੀਂ ਮੰਨ ਲੈਂਦੇ ਹਾਂ, ਪਰ ਅਜੇ ਉਹਨਾਂ ਦਾ ਕੋਈ ਮੈਥਮੈਟੀਕਲ ਪ੍ਰੂਫ ਨਹੀਂ ਹੋਇਆ। ਇਹਦੇ ਵਿੱਚ ਤੁਹਾਨੂੰ ਮੈਂ ਇੱਥੇ ਨਾਮ ਲੈਣਾ ਚਾਹਾਂਗੀ। ਤੁਸੀਂ ਆਪਣੇ ਇੰਡੀਅਨ ਮੈਥਮੈਟੀਸ਼ੀਅਨ ਸਭ ਤੋਂ ਜ਼ਿਆਦਾ ਫੇਮਸ ਕੌਣ ਨੇ? ਰਾਮਾਨੁਜਨ। ਤੁਸੀਂ ਸੁਣਿਆ ਹੈ, ਬਿਲਕੁਲ। ਉਹ ਕਿਉਂ ਫੇਮਸ ਨੇ? ਕਿਉਂਕਿ ਉਹਨਾਂ ਨੇ ਇੰਨੇ ਜ਼ਿਆਦਾ ਕੰਜਕਚਰਸ ਦਿੱਤੇ ਹੈ, ਇਹੋ ਜਿਹੇ ਕੰਜਕਚਰਸ ਦਿੱਤੇ ਹੈ ਨੰਬਰਸ ਤੇ ਬੇਸਡ। ਇਹੋ ਜਿਹੇ ਕੰਜਕਚਰਸ ਨੇ ਜਿਹੜੇ ਕਿ ਸਾਰੀ ਦੁਨੀਆ ਦੇ ਲਈ ਹੁਣ ਬਣੇ ਹੋਏ ਹਨ ਕਿ ਵੀ ਅਸੀਂ ਇਹਨਾਂ ਨੂੰ ਪ੍ਰੂਫ ਕਿਵੇਂ ਕਰੀਏ। ਤਾਂ ਇਹ ਵੀ ਬਹੁਤ ਇੰਪੋਰਟੈਂਟ ਸਥਾਨ ਹੁੰਦਾ ਬੱਚਿਓ ਇਹਨਾਂ ਦਾ ਮੈਥਮੈਟਿਕਸ ਦੇ ਵਿੱਚ। ਫਿਰ ਬੇਟੇ ਉਸ ਤੋਂ ਬਾਅਦ ਇੱਕ ਕਥਨ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਐਗਜ਼ੀਓਮਸ ਜਾਂ ਸਵੈ ਸਿੱਧ। ਦੇਖੋ ਸਵੈ ਸਿੱਧ ਦਾ ਤੁਹਾਨੂੰ ਮੀਨਿੰਗ ਪਤਾ ਲੱਗਦਾ ਨਾ ਪੰਜਾਬੀ। ਸਵੈ ਜਿਹੜੇ ਆਪਣੇ ਆਪ ਨਾਲ, ਜੋ ਆਪਣੇ ਆਪ ਸਿੱਧ ਹੋਏ ਹੁੰਦੇ ਹਨ, ਜੋ ਬਿਨਾਂ ਉਹਨਾਂ ਨੂੰ ਕਿਸੇ ਪ੍ਰੂਫ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜੇ ਕਥਨਾਂ ਨੂੰ ਬਿਨਾਂ ਸਬੂਤ ਸੱਚ ਮੰਨ ਲਿਆ ਜਾਵੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸਵੈ ਸਿੱਧ ਜਾਂ ਐਗਜ਼ੀਓਮਸ। ਤੇ ਬੇਟੇ ਤੁਸੀਂ ਅਗਲੀ ਕਲਾਸ ਜਦੋਂ 10th 'ਚ ਹੋ ਜਾਓਗੇ ਤੁਸੀਂ ਨਾਮ ਸੁਣੋਗੇ ਥੇਲਸ। ਤੁਸੀਂ ਅੱਜ ਵੀ ਚਾਹੇ ਆਪਣੇ ਤੁਹਾਡੇ ਨਾਲ ਮੈਥਮੈਟਿਕਸ ਤੁਹਾਡੇ ਟੀਚਰਸ ਬੈਠੇ ਆ, ਇਹਨਾਂ ਦਾ ਨਾਮ ਬਹੁਤ ਹੀ ਜ਼ਿਆਦਾ ਰਿਗਾਰਡ ਨਾਲ ਆਦਰ ਨਾਲ ਲਿਆ ਜਾਂਦਾ ਹੈ, ਥੇਲਸ। ਜਿਹੜੇ ਕਿ ਤੁਸੀਂ ਦੇਖੋ ਅੱਜ ਤੋਂ 640 BC, ਮਤਲਬ ਤੁਸੀਂ ਸਮਝ ਸਕਦੇ ਹੋ ਅੱਜ ਤੋਂ 2500-2600 ਸਾਲ ਪਹਿਲਾਂ ਹੀ ਵਾਸ ਦਾ ਫਸਟ ਮੈਥਮੈਟੀਸ਼ੀਅਨ ਜਿਨ੍ਹਾਂ ਨੇ ਕਿ ਮੈਥਮੈਟੀਕਲ ਪ੍ਰੂਫ ਦਿੱਤਾ ਸੀਗਾ। ਉਸ ਤੋਂ ਬਾਅਦ ਹੀ ਇਸ ਗੱਲ ਦਾ ਸ਼ੁਰੂ ਹੋਇਆ ਵੀ ਪ੍ਰੂਫ ਕਿਵੇਂ ਦੇਣੇ ਹਨ। ਨੌਲੇਜ ਬਹੁਤ ਹੁੰਦੀ ਸੀ ਮੈਥਮੈਟਿਕਸ ਦੀ, ਲੇਕਿਨ ਪ੍ਰੂਫ ਇਜ਼ ਵੈਰੀ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਬੇਟੇ ਇਹਨਾਂ ਦੇ ਇੱਕ ਸਟੂਡੈਂਟ ਸੀ ਪਾਈਥਾਗੋਰਸ, ਤੁਸੀਂ ਇਹਨਾਂ ਦਾ ਨਾਮ ਜ਼ਰੂਰ ਸੁਣਿਆ ਹੋਣਾ ਹੈ। ਫਿਰ ਇਹਨਾਂ ਨੇ ਪ੍ਰੂਫ ਦੇਣੇ ਸ਼ੁਰੂ ਕੀਤੇ। ਫਿਰ ਉਸ ਤੋਂ ਬਾਅਦ ਸਾਡੇ ਕੋਲ ਯੂਕਲਿਡ ਆਏ 300 BC, ਜੋ ਕਿ ਪਾਈਥਾਗੋਰਸ ਤੋਂ ਬਾਅਦ ਆਏ ਸਨ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਫਾਦਰ ਆਫ ਜਿਓਮੈਟਰੀ। ਤੇ ਇਹਨਾਂ ਨੇ ਕੰਮ ਕੀ ਕੀਤਾ ਬੱਚਿਓ? ਇਸ ਤੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਇਸ ਤੋਂ ਪਹਿਲਾਂ ਵੀ ਬੇਟੇ ਰੇਖਾ ਗਣਿਤ ਦੀ ਬਹੁਤ ਜ਼ਿਆਦਾ ਨੌਲੇਜ ਸੀ ਸਾਰੀ ਦੁਨੀਆ ਤੇ। ਅਲੱਗ-ਅਲੱਗ ਸਭਿਅਤਾ, ਇੰਡੀਆ ਵਿੱਚ ਵੀ ਕੰਮ ਹੋ ਰਿਹਾ ਸੀ, ਗ੍ਰੀਕ ਦੇ ਵਿੱਚ ਵੀ ਕੰਮ ਹੋ ਰਿਹਾ ਸੀ, ਤੇ ਯੂਨਾਨ 'ਚ ਵੀ, ਸਭ ਜਗ੍ਹਾ ਤੇ ਕੰਮ ਹੋ ਰਹੇ ਸਨ। ਪਰ ਕੀ ਸੀ? ਸਭ ਤੇ ਅਲੱਗ-ਅਲੱਗ ਆਪਣਾ ਕੰਮ ਹੋ ਰਿਹਾ ਸੀ। ਪਰ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਉਹ ਸਾਰਾ ਕੰਮ ਇਕੱਠਾ ਕਰਕੇ ਉਹਨੂੰ ਕੰਪਾਈਲ ਕੀਤਾ। ਕਿਵੇਂ ਕੋਈ ਕਿਸੇ ਚੀਜ਼ ਨਾਲ ਕੋਈ ਚੀਜ਼ ਜੁੜ ਸਕਦੀ ਹੈ, ਉਹਨੂੰ ਬੇਟਾ ਕੰਪਾਈਲ ਕੀਤਾ। ਇੰਨਾ ਜ਼ਿਆਦਾ ਇਹਨਾਂ ਦਾ ਕੰਮ ਕੀਤਾ ਗਿਆ ਹੈ ਯੂਕਲਿਡ ਦਾ ਕਿ ਕਦੇ-ਕਦੇ ਇਹ ਵੀ ਗੱਲ ਹੋਣੀ ਸ਼ੁਰੂ ਹੋ ਗਈ ਵੀ ਇੱਕ ਬੰਦਾ ਇੰਨਾ ਕੰਮ ਆਪਣੀ ਲਾਈਫ ਦੇ ਵਿੱਚ ਨਹੀਂ ਕਰ ਸਕਦਾ। ਇਹ ਤਾਂ ਯੂਕਲਿਡ ਕੋਈ ਇੱਕ ਵਿਅਕਤੀ ਦਾ ਨਾਮ ਨਹੀਂ ਸੀ, ਕੋਈ ਸੰਸਥਾ ਦਾ ਨਾਮ ਸੀ ਜਿਨ੍ਹਾਂ ਨੇ ਮਿਲ ਕੇ ਕੰਮ ਕੀਤਾ। ਪਰ ਐਕਚੁਅਲ ਦੇ ਵਿੱਚ ਯੂਕਲਿਡ ਹੀ ਵਾਜ਼ ਅ ਮੈਥਮੈਟੀਸ਼ੀਅਨ, ਗ੍ਰੀਕ ਮੈਥਮੈਟੀਸ਼ੀਅਨ। ਇਹਦੇ ਬਹੁਤ ਸਾਰੇ ਐਵੀਡੈਂਸ ਨੇ, ਪਰ ਉਹਨਾਂ ਨੇ ਬਹੁਤ ਤਨਮਇਤਾ ਨਾਲ ਸਾਰਾ ਜਿਹੜਾ ਕੰਮ ਬੱਚਿਓ ਕੀਤਾ। ਤੇ ਉਹਨਾਂ ਦੀ ਬੇਟਾ ਫੇਮਸ ਬੁੱਕ ਹੈ ਜਿਹਨੂੰ ਅਸੀਂ ਲਿਖਦੇ ਹਾਂ ਯੂਕਲਿਡਸ ਐਲੀਮੈਂਟਸ ਆਫ ਜਿਓਮੈਟਰੀ। ਇਹਦੇ ਵਿੱਚ ਉਹਨਾਂ ਨੇ ਉਸ ਟਾਈਮ ਤੱਕ ਦਾ ਜਿੰਨਾ ਜਿਓਮੈਟਰੀ ਦਾ ਕੰਮ ਹੋਇਆ ਸੀ ਉਹ ਸਾਰਾ ਇਹਦੇ ਵਿੱਚ ਉਹਨਾਂ ਨੇ ਇਹਦੇ ਵਿੱਚ ਸੰਕਲਨ ਕੀਤਾ ਉਹਦਾ। ਹੁਣ ਗੱਲ ਥੋੜੀ ਜਿਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਓਮੈਟਰੀ ਦੀ ਸ਼ੁਰੂਆਤ ਬੇਟਾ ਕਿਵੇਂ ਹੋਈ। ਜਿਓਮੈਟਰੀ ਨੂੰ ਉਸ ਵੇਲੇ ਦੀ ਦੁਨੀਆ ਦਾ ਇੱਕ ਸਿਧਾਂਤੀ ਮਾਡਲ ਸੋਚਿਆ। ਐਕਚੁਅਲੀ ਬੇਟਾ ਜਿਓਮੈਟਰੀ ਇਹ ਨਹੀਂ ਕਿ ਪਹਿਲਾਂ ਕਿਸੇ ਵਿਅਕਤੀ ਨੇ ਸੋਚਿਆ ਵੀ ਇੱਕ ਬਿੰਦੂ ਹੁੰਦਾ ਹੈ, ਇੱਕ ਰੇਖਾ ਹੁੰਦੀ ਹੈ, ਨਹੀਂ, ਇਸ ਤਰ੍ਹਾਂ ਕੁਝ ਨਹੀਂ ਸੀ। ਉਹਨਾਂ ਨੇ ਤਾਂ ਜੋ ਆਲਰੇਡੀ ਦੁਨੀਆ ਤੇ ਜਾਂ ਉਹਨਾਂ ਦੇ ਆਸ-ਪਾਸ ਆਲੇ ਦੁਆਲੇ ਦੇ ਵਿੱਚ ਪ੍ਰੈਜ਼ੈਂਟ ਸੀ, ਉੱਥੋਂ ਦੇਖ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਉਹਨਾਂ ਨੂੰ, ਜਦੋਂ ਬੇਟਾ ਆਪਾਂ ਡੈਪਥ ਦੇ ਵਿੱਚ ਸੋਚਦੇ ਹਾਂ ਉਦੋਂ ਹੀ ਇਨਵੈਂਸ਼ਨਸ ਹੁੰਦੀਆਂ ਨੇ। ਉਹਨਾਂ ਨੇ ਵੀ ਉਹ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਦੇਖਿਆ, ਓਬਜ਼ਰਵ ਕੀਤਾ, ਫਿਰ ਉਹਨਾਂ ਨੇ ਉਹਦੇ ਵਿੱਚੋਂ ਹੌਲੀ-ਹੌਲੀ ਚੀਜ਼ਾਂ ਕੱਢਣੀਆਂ ਸ਼ੁਰੂ ਕੀਤੀਆਂ। ਹੁਣ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਇੱਕ ਚਿੱਤਰ ਦਿਖ ਰਿਹਾ, ਤੁਹਾਨੂੰ ਕੀ ਲੱਗ ਰਿਹਾ ਕਿ ਬਹੁਤ ਪ੍ਰਾਚੀਨ ਕੋਈ ਖੰਡਰ ਹੈ। ਇਹ ਇੱਕ ਬਹੁਤ ਹੀ ਪ੍ਰਾਚੀਨ ਕੋਈ ਕਿਸੇ ਇਮਾਰਤ ਦਾ ਬੇਟਾ ਬਣਿਆ ਹੋਇਆ ਭਾਗ ਅੰਸ਼ ਜੋ ਬਚਿਆ ਹੋਇਆ। ਮੈਨੂੰ ਹੁਣ ਐਗਜ਼ੈਕਟਲੀ ਇਹਦਾ ਨਾਮ ਯਾਦ ਨਹੀਂ ਹੈ, ਤੁਸੀਂ ਦੇਖ ਸਕਦੇ ਹੋ ਖੁਦ ਵੀ ਨੈਟ ਤੇ ਸਰਚ ਕਰਕੇ। ਵਨ ਆਫ ਦਾ ਓਲਡੈਸਟ ਬਿਲਡਿੰਗਸ ਦੇ ਖੰਡਹਰ ਨੇ, ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਵੀ ਆਪਾਂ ਨੂੰ ਸਮਾਂਤਰ ਰੇਖਾਵਾਂ ਦਿਖ ਰਹੀਆਂ ਹਨ, ਜਿਹੜੇ ਪਿੱਲਰ ਬਣੇ ਹੋਏ ਹਨ। ਮਤਲਬ ਇਹ ਸਭ ਕੁਝ ਬਿਲਡਿੰਗਸ ਦੇ ਵਿੱਚ ਯੂਜ਼ ਹੋ ਰਿਹਾ ਸੀ। ਤੇ ਇਹਦੇ ਵਿੱਚੋਂ ਫਿਰ
बेटे असी बिंदु, रेखा, स्ता, असी ये उन्होंने ये सारे कॉन्सैप्ट कित्थों चक्के अपने आले दुआले तो। देखो हुण जिवें तुहाडे कोल एक की पिया, सब तो पहला तुसी की देखिया, तो जदों तुसी छोटे हुंदे सी तुसी कदे सोचिया सी बिंदु की हुंदा, रेखा नहीं, तुसी पर इहो जिहे डब्बे जरूर देखे सी सारिਆਂ ने घर दे विच, कदे ना कदे कोई चीज़ आ गई, कोई पैकिंग आ गई। लेकिन फिर की होया जदों असीं इस डब्बे नूं पूरा बेटे खोल लिया, ये तुहाडे कोल 3D चीज़ है, जदों असीं इसनूं पूरा खोल रहे ये तुहाडे कोल 2 डायमेंशनल चीज़ हो गई। यानी पहला ये 3 डायमेंशनल है जिहदी लंबाई चौड़ाई उचाई है, जदों असीं इहनूं खोल लिया इहदे किन्ने फलक हन बेटा, 6 फलक, जिन्हों असीं फेसिस कहने, वो सारे खुल गए। उस तो बाद जे असीं इहदे विचों एक फलक लईए तां तुहाडे कोल इह की बन गई, लंबाई ते चौड़ाई आयताकार बन गई। ते इहदे विचों जे तुसीं हुण आयताकार दी तुसीं एक पूरी जे साइड लवो तां इह तुहाडे कोल की बन जाएगा बेटे, लाइन सैगमेंट। लाइन सैगमेंट दा भी जे तुसीं एक एंड वाला पॉइंट लो तुहाडे कोल की बन जांदा है, बिंदु। जे हुण तुसीं इत्थे ध्यान नाल देखो, आ देखो ये तुहाडे कोल लाइन सैगमेंट दे जिहड़े हन ये की हन, बिंदु। मेरा इत्थे तुहानूं दस्सण दा मतलब ये है कि जो ज्योमैट्री शुरू हुई वो आले दुआले दीयां चीज़ां तो जदों उन्हां ने उहदा एनालिसिस शुरू कीता, उन्हां नूं होर डैप्थ दे विच देखदे गए तां उन्हां नूं फिर ये नवीआं जिहड़ियां टर्मिनोलॉजी कह लो या एक नवां ज्ञान है वो उन्हां ने उहदे विचों कढिया। हुण तुसीं देखो तुहाडे सामने ये भी एक बिल्कुल सेम उस तरह का ही डायग्राम है। साडे कोल 3D ठोस, फिर असी ठोस दी एक बेटा सतह लै लई, सतह दा फिर असी एक किनारा लिया वो की है रेखाखंड, ते रेखाखंड दा असी एक किनारा लिया वो की है बिंदु। यानी कहण दा इहदे विच मैं तुहानूं दसना चाहती सी कि जिहड़ियां 3D चीज़ां उहदा एक फेस की हुंदा बेटा 2D दी, फिर असी एक जिहड़ी 2D दा मतलब 2 डायमेंशनल लंबाई अते चौड़ाई, फिर असी जदों रेखा लै लिया रेखाखंड उहदा एक एज वो 1 डायमेंशनल हो गई, रेखा दी सिर्फ की हुंदी है लंबाई हुंदी है, फिर उहदा भी एक जिहड़ा सिरा है बिल्कुल वो की है बिंदु। एक्चुअली बिंदु आपां चाहे पेन नाल लगांदे हाँ, लेकिन असी बिंदु बारे की पढ़िया है कि इसकी कोई लंबाई चौड़ाई नहीं हुंदी, ये एक इमेजिनरी चीज़ है। लेकिन असी क्योंकि तुहानूं हुण दिखाना तो है ना बच्चों आ बिंदु है, इहदी तां लंबाई चौड़ाई है कोई असी, पर तुसी वैसे इहनूं इमेजिन करो कि इहदी कोई लंबाई चौड़ाई है जिहड़ी ओह नहीं हुंदी। जिवें जिवें बच्चों तुसी हायर मैथमैटिक्स पढ़ोगे ना, उन्नी तुहाडी जिहड़ी कल्पना शक्ति है जिन्नी ज़्यादा स्ट्रोंग हुंदी है, उन्ना ही बच्चों नूं जल्दी मैथमैटिक्स समझ आंदा है। हुण बेटे यूक्लिड ने की कीता, तुहानूं मैं दस्सिया सी कि उन्हां ने सारा मैथमैटिक्स जिहड़ा उदों तक होया वैया सी काम, उहनूं सारे नूं की कीता, इकट्ठा कीता, फिर उन्हां नूं इकट्ठा करके स्टैप वाइज उन्हां ने उहदियां कुछ एक जिहड़ियां डेफिनेशनस है वो लिखनियां शुरू कीतियां। उहदे विचों कुछ एक इंपॉर्टेंट जिहड़ियां असीं हुण तक यूज़ करते आ रहे हैं जां अगे करांगे 10th तक, वो आपां इत्थे लै रहे हाँ। एक बिंदु ओ जिसदा कोई भाग नहीं हुंदा, जिसदा कोई भाग नहीं हुंदा, यानी भाग दा इत्थे अर्थ की गया, ना कोई लंबाई ना कोई चौड़ाई ना कोई मोटाई। उस तो बाद एक रेखा की हुंदी है, चौड़ाई रहित लंबाई हुंदी है। रेखा की हुंदी है, चौड़ाई रहित लंबाई, यानी मैं तुहानूं दस्सिया एक डायमेंशन हुंदी है सिर्फ लंबाई, यानी चौड़ाई इसकी नहीं हुंदी। फिर एक रेखा दे सिरे बिंदु हुंदे हन, एक रेखा दे जो सिरे है वो की हुंदे हन, बिंदु हुंदे हन। देखो हुण तुसीं सोच रहे होंगे कि भी असीं तां एरो लगांदे हाँ, बिल्कुल ठीक है, लेकिन वो गल की कर रहा है इत्थे जो रेखा वो गल कर रहा है इस रेखा नूं वधाउण ते ही साडे कोल जदों असीं लाइन सैगमेंट नूं दोनों पासे वधा दिंदे हां तां साडे कोल की बनदी है, रेखा बनदी है। एक सीधी रेखा है जो खुद उत्ते बिंदुआं दे नाल पद्धरे रूप नाल स्थित हुंदी है। ये बहुत इंपॉर्टेंट है बेटे, इहनूं इमेजिन करो कि आपां कहने एक बिंदु, जे हुण असीं एक रेखा खिच्चदे हां तो ये इनफाइनाइट बिंदु है जिहड़े कि इहदे उपर बिल्कुल नाल इहदे उपर बने हुए हैं, बिल्कुल क्लोजली पैक्ड, मतलब बिल्कुल इन्ना जा भी कोई तुसी कह लो मतलब बहुत आपां वड्डे तो वड्डे लेंस नाल भी जे देख लीए तां उहदे विच कोई स्पेस खाली नहीं हुंदी। उस तो बाद एक सतह वो है जिसदी सिर्फ लंबाई अते चौड़ाई हुंदी है। सतह की हुंदी है जिस हुण तुसी मैनूं एग्जाम्पल दे सकदे हो, आपां क्लास दे विच तुहाडे अध्यापक साहिबान ने जदों सतह किया सी, तल किया सी तां किस नाल एग्जाम्पल दिंदे आ ज़्यादातर टीचर्स, असीं पेज नाल, जिवें एक कॉपी दा पेपर लिया तो उहदी लंबाई अते चौड़ाई हुंदी है। सतह दे किनारे रेखावां हुंदियां हन। हुण जिवें तुसीं देखो तुहाडे कोल एक मान लो ये पेपर है तो ये जिहड़े किनारे है वो की हन, रेखावां हन, ठीक है। रेखा क्योंकि जिहड़ा बेटा जिवें रेखा असीं कहने कि इसदी लंबाई चौड़ाई अनंत हुंदी है, उवें सतह दी भी लंबाई चौड़ाई इहदा कोई अंत ते वो नहीं हुंदा,
सिर्फ एक कागज़ तुहानूं तां दिखाई दे दिंदा है कि एक मॉडल के तौर पर असीं तुहानूं दिखा दिंदे हाँ। एक समतल सतह अजिही सतह है जो खुद ते सीधियां रेखावां नाल पद्धरे रूप नाल स्थित हुंदी है। देखो बेटा हुण जिवें साडे कोल एक तल है, इहदे उत्ते इनफाइनाइट, जिवें मैं तुहानूं दस्सिया सी ना, एक रेखा ते इनफाइनाइट बिंदु हुंदे हन क्लोजली पैक्ड, उवें एक तल ते बेटा इनफाइनाइट की हुंदियां हन, रेखावां हुंदियां हन, बिल्कुल नाल नाल जिहड़ियां सटियां होईयां इनफाइनाइट जिहड़ियां की हुंदियां हन, रेखावां हुंदियां हन। हुण बेटा एक बड़ा इंपॉर्टेंट तुसीं होर एक टर्म पढ़न जा रहे हो जिसनूं असीं अपरिभाषित पद कहंदे हां, जिन्हों इंग्लिश असीं अनडिफाइंड टर्म्स कहंदे हां। अनडिफाइंड टर्म्स की हुंदियां हन, जिवें कि बिंदु। बिंदु की बेटा कोई डेफिनेशन नहीं, असीं बस एक बिंदु मान लैंदे हां, असीं उहदे बारे मन्निया होया कि इहदी कोई लंबाई चौड़ाई मोटाई नहीं हुंदी, पर असीं इहो जी कोई चीज़ बना ही नहीं सकदे। ये इमेजिनेशन अपरिभाषित पद हुंदे हन ये। उस तो बाद रेखा, तल, लंबाई, चौड़ाई, भाग, इन्हां नूं वस्तुआं जां मॉडलां दी मदद नाल असीं दर्शा जरूर सकदे हां, पर इन्हां दी बेटा एज सच कोई परिभाषा नहीं हुंदी। ਇਹ ਗੱਲਾਂ ਤੁਸੀਂ याद रखनियां ਹਨ। ਤੁਹਾਨੂੰ ਹੁਣ 9ਵੀਂ 10ਵੀਂ ਦੇ ਵਿੱਚ ਅੱਗੇ बेटा स्पैशली ਜਦੋਂ ਤੁਸੀਂ ਹਾਇਰ ਆਰਡਰ ਵਾਲੇ ਪੇਪਰ ਦਿੰਦੇ ਹੋ ਨਾ, ਜਿਵੇਂ ਤੁਸੀਂ NTSC ਦਾ ਦੋਗੇ, 올림픽 ਦਾ ਦੋਗੇ, NAS ਦਾ ਦੋਗੇ, ਉਹਦੇ ਵਿੱਚ ਇਹੋ ਜਿਹੇ ਕੁਐਸਚਨ ਬਹੁਤ ਪੁੱਛੇ ਜਾਂਦੇ ਹਨ। ਹੁਣ ਉਸ ਤੋਂ ਬਾਅਦ यूक्लिड ने कुछ गुणां नूं बिना सिद्ध कीते ही सच्चे कथन मन्ने जाण दी कल्पना की। जिवें इन्हां चीज़ां दी उहने बिना डेफिनेशन तो मन्निया ना, उवें कुछ एक कथन उहने लए, फिर इन्हां अनडिफाइंड टर्म्स नूं मिला के उहने कुछ एक कथन बनाए जिन्हां नूं ओह सच्चा मन्निया बिना किसी प्रूफ तो। देखो स्पष्ट सर्वव्यापी सच उहनां नूं किहा, जिन्हों ऑबवियस यूनीवर्सल ट्रुथ कहंदे आ असीं। ठीक है, जिवें हुण आपां आम आपां एक यूनीवर्सल ट्रुथ असीं की कहने भी जिहड़ा सूरज है वो हमेशा ही पूरब दे विच उगदा है, इट इज़ यूनीवर्सल ट्रुथ। उवें जदों मैथेमैटिक्स उहने कुछ एक इहो जिहियां कल्पनावां, इहो जिहियां स्टेटमेंट्स लईआं जिन्हां नूं उहने कहा भी ये सच ने, इन्हां नूं प्रूफ दी होर कोई लोड़ नहीं है। आपां देखदे हां बेटे वो कल्पनावां नूं उहनां ने, देखो जो कल्पनावां विशेष तौर ते जमायती नाल संबंधित सन उन्होंने उन्हें की किया, पोस्टुलेट्स का नाम दिता। जो कल्पनावां जिन्हां नूं आम गणित लई प्रयोग किया गया अते विशेष तौर ते जमायती नाल संबंधित नहीं सन, आम गणित नाल अलजेबरे दे विच या तुसीं कह लो अंक गणित दे विच ये यूज़ कीतियां गईयां बेटे, उन्हां नूं की गया एक्सियम्स ते इन्हां नूं की किया गया पोस्टुलेट्स। वैसे पोस्टुलेट्स ते एक्सियम्स इंटरचेंजेबली आपां इन्हां नूं यूज़ कर सकते हैं। एक यह कन्वेंशन है कि असी पोस्टुलेट्स किनू कह दिंदे हां जो रेखा गणित च यूज़ हो रहा है, एक्सियम किनू कह दिंदे हां जो असी अलजेबरा या आम असी अपनी रोजाना लाइफ दे विच भी यूज़ कर सकते हैं। हुण तुसीं सोचोगे भी रोजाना लाइफ च यूक्लिड किवें यूज़ हुंदा, मैं तुहानूं इहदा भी उदाहरण दूंगी कि किवें यूज़ हुंदा। उस तो बाद बेटा असी थोड़े जे सिखांगे यूक्लिड दे एक्सियम्स, इहदे बारे असी गल करांगे। ਉਹ वस्तुआं जो किसी एक वस्तु दे बराबर होण, एक दूजे दे बराबर हुंदियां हन। ये उन्होंने यूक्लिड ने एक स्टेटमेंट देती, उन्होंने कहा भी इनू प्रूफ करने की लोड़ नहीं है, हाँ पर तुसी इस स्टेटमेंट नू होर किसी कथन नू प्रूफ करने लई तुसी इनू यूज जरूर कर सकते हो। जिवें कि इफ ए इज इक्वल टू सी एंड बी इज इक्वल टू सी देन ए इज इक्वल टू बी। ठीक है बच्चों, हेयर ए एंड बी एंड सी आर सेम काइंड्स ऑफ थिंग्स। ये जड़ियां हन ये इक्को जिहियां जड़ियां हन चीज़ां हन तुहाडे कोल। हुण उस तो बाद नैक्सट है, जे असीं बराबरां नूं बराबरां विच जोड़ दईए तां ओह फिर बराबर होणगे। जिवें कि ए ते बी जे आपस च बराबर हन, उवें सी ते डी आपस विच बराबर हन, तां जेकर असीं ए वाले पासे सी जोड़ दईए ते बी वाले पासे डी जोड़ दईए तां जिहड़ा आंसर है ओह की आएगा, सेम आएगा। हुण जिवें फॉर एग्जाम्पल आपां एक उदाहरण लैने आ, मान लो मैं तुहानूं कहनी हाँ कि सपोज x इज इक्वल टू, आपां ये तुसीं करदे हो x प्लस 3 इज इक्वल टू से 5। x प्लस 3 इज इक्वल टू 5। तो हुण असीं की करदे हाँ, जेकर असीं इहदे दोवें पासे मान लो मैं एक पासे तुहानूं कहनी हाँ कि से y इज इक्वल टू 3, तो जेकर असी इन्हां दोनों साइडां नूं असी दोनों साइडां असी एक दूजे दे विच जोड़दे हाँ,
ਤਾਂ ਤੁਹਾਡੇ ਕੋਲ ਜਿਹੜਾ ਹੈ ਉਹ ਆਨਸਰ ਸੇਮ ਇੱਥੇ ਆਏਗਾ। ਮੈਂ ਤੁਹਾਨੂੰ ਕਰਕੇ ਦਿਖਾਣੀ ਆ ਬੱਚੋ। ਜਿਵੇਂ ਆਪਾਂ ਇੱਥੇ ਲਈਏ, ਮੰਨ ਲਓ ਮੈਂ ਤੁਹਾਨੂੰ ਕਹਿੰਨੀ ਆ x = 5, ਠੀਕ ਹੈ, ਤੇ ਫਿਰ ਮੈਂ ਤੁਹਾਨੂੰ ਕਹਿੰਨੀ ਆ y ਵੀ = 5 ਹੈ, ਤਾਂ ਇਹਦਾ ਅਰਥ ਕੀ ਹੋਊਗਾ, x ਬਰਾਬਰ ਹੈ y। ਉਸੇ ਤਰ੍ਹਾਂ ਨਾਲ ਬੇਟੇ ਸਾਡੇ ਕੋਲ ਨੈਕਸਟ ਅਸੀਂ ਦੇਖੀਏ, ਜੇ ਅਸੀਂ ਬਰਾਬਰਾਂ ਨੂੰ ਬਰਾਬਰਾਂ ਵਿੱਚ ਘਟਾ ਦਿੰਦੇ ਹਾਂ ਤਾਂ ਬਾਕੀ ਫੇਰ ਬਰਾਬਰ ਹੋਣਗੇ। if a = b and c = d, ਤਾਂ ਜੇ ਦੇਖੋ ਬੇਟਾ a = b ਹੈ ਤੇ c = d ਹੈ, ਤਾਂ a - c will be = b - d। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਅੱਗੇ ਦਿਖਾਵਾਂਗੀ ਆਪਾਂ ਇਹਨਾਂ ਨੂੰ ਯੂਜ਼ ਕਿੱਥੇ ਕਰ ਰਹੇ ਹਾਂ। ਇਹ ਵਸਤੂਆਂ ਉਹ ਵਸਤੂਆਂ, ਚੌਥਾ ਐਗਜ਼ੀਓਮ ਹੈ, ਉਹ ਵਸਤੂਆਂ ਜੋ ਇੱਕ ਦੂਜੇ ਨਾਲ ਸੰਪਾਤੀ ਹੋਣ, ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ। ਇੱਕ ਹੋਰ ਹੈ, ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ, ਇਹ ਸਮਝਦੇ ਹੋ ਤੁਸੀਂ। ਪੂਰਨ ਦਾ ਮਤਲਬ ਹੋਲ, ਤੇ ਇਹਦਾ ਕੋਈ ਵੀ ਇੱਕ ਜਿਹੜਾ ਅਸੀਂ ਭਾਗ ਕਰਦੇ ਹਾਂ ਉਹ ਇਸ ਤੋਂ ਵੱਡਾ, ਜਿਹੜਾ ਪੂਰਨ ਹੈ, ਹੋਲ ਹੈ, ਉਹ ਆਪਣੇ ਪਾਰਟ ਤੋਂ ਕੀ ਹੋਏਗਾ, ਵੱਡਾ ਹੋਏਗਾ। 6th ਹੈ, ਇੱਕ ਹੀ ਵਸਤੂਆਂ ਦੇ ਦੁੱਗਣੇ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਮੰਨ ਲਓ ਤੁਹਾਡੇ ਕੋਲ a = b ਹੈ, ਜੇਕਰ ਤੁਸੀਂ ਦੋਨਾਂ ਦਾ ਦੁੱਗਣਾ ਕਰ ਦਵੋ ਤਾਂ ਉਹ ਆਪਸ ਦੇ ਵਿੱਚ ਕੀ ਹੋਊਗਾ ਬੇਟਾ, ਬਰਾਬਰ ਹੋਊਗਾ। ਇੱਕ ਹੀ ਵਸਤੂਆਂ ਦੇ ਅੱਧੇ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਮੰਨ ਲਓ ਮੈਂ ਤੁਹਾਨੂੰ ਕਹਾਂ ਇਹ ਨੰਬਰ a = b, ਤਾਂ half of a will be equal to half of b। ਤੇ ਬੇਟੇ ਹੁਣ ਆਪਾਂ ਅੱਗੇ ਚੱਲਦੇ ਹਾਂ, ਪੋਸਟੂਲੇਟਸ ਕਰਾਂਗੇ। ਉਸ ਤੋਂ ਪਹਿਲਾਂ ਹੀ ਮੈਂ ਤੁਹਾਡੀ ਇੰਟਰੋਡਕਸ਼ਨ ਕਰਾਉਣਾ ਚਾਹਾਂਗੀ। ਸਾਡੇ ਨਾਲ ਨਿਰਮਲ ਮੈਮ ਵੀ ਹਨ, ਉਹਨਾਂ ਨੇ ਯੂਕਲਿਡ ਦੇ ਨਾਲ, ਤੇ ਕਹਿੰਦੇ ਸੀ ਮੈਂ ਵੀ ਬੱਚਿਆਂ ਨਾਲ ਆਪਣੀ ਗੱਲ ਸ਼ੇਅਰ ਕਰਨੀ ਹੈ, ਤੇ ਮੈਮ ਥੋੜਾ ਜਿਹਾ ਤੁਹਾਨੂੰ ਹੁਣ ਯੂਕਲਿਡ ਬਾਰੇ ਦੀਆਂ ਮੂਲ ਧਾਰਨਾਵਾਂ ਬਾਰੇ ਦੱਸਣਗੇ। ਯੂਕਲਿਡ ਬਾਰੇ ਜਿਸ ਤਰ੍ਹਾਂ ਕਿ ਮੈਡਮ ਨਵਨੀਤ ਦੱਸ ਰਹੇ ਸਨ, ਹੁਣੇ ਮੈਂ ਦੇਖ ਰਹੀ ਸੀ ਕਿ ਉਹਨਾਂ ਨੇ, ਇੱਕ ਮਿੰਟ ਮੈਡਮ ਥੋੜਾ ਪਿੱਛੇ ਜਾਣਾ, ਯੂਕਲਿਡ ਦੇ ਕੁਝ ਸਵੈ ਸਿੱਧ ਐਗਜ਼ੀਅਮਸ ਦੇ ਬਾਰੇ ਮੈਡਮ ਨੇ ਦੱਸਿਆ। ਜਿਵੇਂ ਕਿ ਪਹਿਲਾਂ ਹੀ ਇਹ ਗੱਲ ਕਿੰਨੀ ਬਿਊਟੀਫੁਲ ਉਹਨਾਂ ਨੇ ਆਖੀ ਕਿ ਉਹ ਵਸਤੂਆਂ ਜੋ ਇੱਕ ਹੀ ਵਸਤੂ ਦੇ ਬਰਾਬਰ ਹੋਣ ਉਹ ਇੱਕ ਦੂਜੇ ਦੇ ਬਰਾਬਰ ਵੀ ਹੁੰਦੇ ਹਨ। ਤੇ ਤੁਹਾਨੂੰ ਲਾਈਫ ਦੇ ਵਿੱਚ ਕਈ ਵਾਰ ਤੁਸੀਂ ਐਗਜ਼ਾਮਪਲ ਆਪਣੇ ਆਪ ਕੋ ਵੀ ਲਿਖ ਲਓ, ਕੋਈ ਤੁਸੀਂ 3 ਪੈਨਸਲਾਂ ਹੀ ਲੈ ਲਓ, ਠੀਕ ਹੈ, ਇਫ a ਬਰਾਬਰ c ਐਂਡ b ਬਰਾਬਰ c, ਅਗਰ ਇੱਕ ਚੀਜ਼ ਜਿਹੜੀ ਆ ਦੂਸਰੀ ਪੈਨਸਲ ਉਹਦੇ ਬਰਾਬਰ ਹੈ, ਤੀਸਰੀ ਜਿਹੜੀ ਉਹ ਪਹਿਲੀ ਦੇ ਬਰਾਬਰ ਹੈ, ਤੇ ਫਿਰ ਦੂਸਰੀ ਤੀਸਰੀ ਵੀ ਆਪਸ ਵਿੱਚ ਬਰਾਬਰ ਹੋਣਗੀਆਂ। ਤੁਸੀਂ ਜਿੰਨੀ ਮਰਜ਼ੀ ਵਾਰੀ ਟਰਾਈ ਕਰ ਲਓ ਕਿ ਸ਼ਾਇਦ ਅਸੀਂ ਅਗਰ ਇਸ ਨੂੰ ਫੇਲ ਕਰ ਲਈਏ ਇਸ ਐਗਜ਼ੀਅਮ ਨੂੰ, ਤੇ ਸ਼ਾਇਦ ਪੋਸੀਬਲ ਮੈਂ ਇੱਕ ਕੁਐਸਚਨ ਵੀ ਬੱਚਿਆਂ ਨੂੰ ਦੱਸਿਆ, ਜਿਵੇਂ ਆਪਾਂ ਕਹੀਏ ਰਾਮ ਦੀ ਉਮਰ ਹੈ ਜਿਹੜੀ ਸੋਹਨ ਦੇ ਬਰਾਬਰ ਹੈ, ਤੇ ਗੁਰਪ੍ਰੀਤ ਦੀ ਉਮਰ ਵੀ ਸੋਹਨ ਦੇ ਬਰਾਬਰ ਹੈ, ਤਾਂ ਰਾਮ ਤੇ ਗੁਰਪ੍ਰੀਤ ਦੀ ਉਮਰ ਵੀ ਬਰਾਬਰ ਹੋਏਗੀ। ਤਾਂ ਮੈਂ ਇਹ ਕਹਾਂਗੀ ਕਿ ਤੁਸੀਂ ਆਪਣੀ ਕਲਾਸ ਦੇ ਵਿੱਚ ਜਿੰਨੀਆਂ ਮਰਜ਼ੀ ਐਗਜ਼ਾਮਪਲਸ ਇਸ ਨੂੰ ਦੇਖਣਾ ਕਿ ਇਹ ਐਗਜ਼ੀਅਮ ਕਦੀ ਤੁਹਾਡੇ ਮਨ 'ਚ ਕਿੰਤੂ ਪਰੰਤੂ ਆਏ। ਜੇਕਰ ਤੁਹਾਡੇ ਮਨ 'ਚ ਕੋਈ ਕਿੰਤੂ ਪਰੰਤੂ ਆਉਂਦਾ ਹੈ ਤੇ ਇਹ ਇੱਕ ਮਤਲਬ ਕਿ ਤੁਸੀਂ ਮੈਥਮੈਟਿਕਲੀ ਸੋਚ ਰਹੇ ਹੋ। ਇਸ ਤਰ੍ਹਾਂ ਹੀ ਯੂਕਲਿਡ ਨੇ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਟਰਾਈ ਕੀਤਾ ਹੋਇਆ, ਤਾਂ ਉਸਨੇ ਆਖਰ ਇਹ ਕਹਿਤਾ ਕਿ ਇੱਕ ਸਵੈ ਸਿੱਧ ਚੀਜ਼ ਹੈ ਕਿ ਜਿਸ ਨੂੰ ਪ੍ਰੂਫ ਦੀ ਲੋੜ ਨਹੀਂ ਹੈਗੀ, ਠੀਕ ਹੈ। ਇਸੇ ਤਰ੍ਹਾਂ ਹੀ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਦੂਸਰਾ ਮੈਡਮ ਨੇ ਸਵੈ ਸਿੱਧ ਦਿੱਤਾ ਕਿ ਜੋ ਬਰਾਬਰਾਂ ਨੂੰ ਬਰਾਬਰਾਂ 'ਚ ਜੋੜਿਆ ਜਾਵੇ ਤਾਂ ਜੋੜਫਲ ਵੀ ਬਰਾਬਰ ਹੁੰਦੇ ਆ। ਤੁਸੀਂ ਦੇਖੋ ਇਹ ਗੱਲ ਇੱਥੇ ਤੁਹਾਨੂੰ ਲੱਗੇਗਾ ਕਿ ਬੜੀ ਸਿੰਪਲ ਜੀ ਗੱਲ ਹੈ, ਪਰ ਜਦੋਂ ਤੁਸੀਂ ਕੋਈ ਇਕੁਏਸ਼ਨ, ਜਿਵੇਂ ਮੈਡਮ ਨੇ ਕਿਹਾ ਕਿ x ਬਰਾਬਰ ਤੁਹਾਡੇ ਕੋਲ ਜਮਾ 3 ਬਰਾਬਰ 5 ਅਜੇ ਵੀ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ, ਇਹ ਇਕੁਏਸ਼ਨ ਹੈ। ਅਗਰ ਅਸੀਂ ਮੈਂ ਐਡਿੰਗ -3 ਜਾਂ ਐਡ ਕਰ ਦਵਾਂ -3 ਦੋਵੇਂ ਪਾਸੇ, ਤੇ ਮੇਰੀ ਇਕੁਏਸ਼ਨ 'ਚ ਕੋਈ ਫਰਕ ਨਹੀਂ ਪਏਗਾ। ਇਸੇ ਹੀ ਸਮੀਕਰਨ ਦੇ ਉੱਤੇ ਅਗਰ ਤੁਸੀਂ ਦੋਵੇਂ ਪਾਸੇ ਜਿਹੜੀ ਇਕੁਏਸ਼ਨ ਹੈ ਉਸਨੂੰ 2 ਨਾਲ ਡਿਵਾਈਡ ਕਰ ਦੋ, ਤਦ ਵੀ ਇਕੁਏਸ਼ਨ ਤੇ ਕੋਈ ਫਰਕ ਨਹੀਂ ਪੈਣਾ। ਆਪਾਂ ਬੱਚਿਆਂ ਨੂੰ ਐਵੇਂ ਸੋਲਵ ਕਰਾਉਂਦੇ ਆ ਨਾ, ਮੈਂ ਸਟੈਪ ਅਸੀਂ ਕਰਾਉਂਦੇ ਹਾਂ। ਇਸੇ ਹੀ ਤਰ੍ਹਾਂ ਅਗਰ ਇਸੇ ਹੀ ਇਕੁਏਸ਼ਨ ਨੂੰ ਦੋਵੇਂ ਪਾਸੇ 2 ਨਾਲ ਗੁਣਾ ਕਰ ਦਈਏ, 3 ਨਾਲ ਗੁਣਾ ਕਰ ਦਈਏ, 4 ਯਾਨੀ ਕਿ ਸੇਮ ਕਾਈਂਡ ਆਫ ਨੰਬਰ ਨਾਲ ਗੁਣਾ ਕਰ ਦਈਏ, ਤਾਂ ਇਹ ਐਗਜ਼ੀਅਮ ਜਿਹੜਾ ਹੈ ਉਹ ਸਾਨੂੰ ਪੂਰਾ ਲਾਭ ਦਿੰਦਾ ਹੈ ਕਿ ਨਹੀਂ ਹੋਏਗਾ। ਅਕਸਰ ਤੁਸੀਂ ਜਿਹੜਾ ਜਦੋਂ ਇਹ ਕਲਾਸਾਂ ਅੱਗੇ ਵੀ ਜਾਓਗੇ ਜਾਂ ਅਲਜਬਰਾ ਵੀ ਪੜੋਗੇ, ਈਵਨ ਦਾ ਯੂਕਲਿਡ ਦੇ ਜਿਹੜੇ ਸਵੈ ਸਿੱਧ ਹੈਗੇ ਆ ਐਗਜ਼ੀਅਮਸ, ਉਹ ਉੱਥੇ ਅਲਜਬਰੇ ਨੂੰ ਸੋਲਵ ਕਰਨ ਲਈ ਵੀ ਬਹੁਤ ਵਰਤੀਆਂ ਜਾਂਦੀਆਂ ਹਨ। ਮੈਂ ਤੇ ਤੁਹਾਨੂੰ ਛੋਟਾ ਜਿਹਾ ਹੋਮਵਰਕ, ਜਿਵੇਂ ਅੱਗੇ ਮੈਡਮ ਜਾ ਰਹੇ ਹਨ ਪੋਸਟੂਲੇਟਸ ਦੇ ਉੱਤੇ, ਬੜੇ ਹੀ ਇੰਟਰਸਟਿੰਗ ਇਹ ਲੈਸਨ ਹੈ। ਮੈਂ ਤੁਹਾਨੂੰ ਇਹ ਕਹਾਂਗੀ ਕਿ ਤੁਸੀਂ ਇਸ ਨੂੰ ਆਰਾਮ ਨਾਲ ਬੈਠ ਕੇ ਇਸ ਲੈਸਨ ਨੂੰ ਚੰਗੀ ਤਰ੍ਹਾਂ ਪੜ੍ਹੋ, ਇੱਕ ਵਾਰ ਨਹੀਂ, 2 ਵਾਰ ਨਹੀਂ, 3 ਵਾਰੀ। ਯੂ ਵਿਲ ਸੀ ਕਿ ਯੂਕਲਿਡ ਨੇ ਕਿਵੇਂ ਸ਼ਾਂਤ ਹੋ ਕੇ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਕਿ ਸਾਡੀ ਸਾਰੀ ਜਿਓਮੈਟਰੀ ਦੀਆਂ ਆਧਾਰ ਹਨ।
ਤੇ ਸਾਨੂੰ ਅਗਰ ਤੁਸੀਂ ਥੋੜਾ ਪਿੱਛੇ ਵੀ ਸਵੇਰੇ ਵੀ ਮੇਰੀ ਨਾਲ ਮੈਡਮ ਨਾਲ ਗੱਲ ਹੋ ਰਹੀ ਸੀ ਕਿ ਅਗਰ ਅਸੀਂ ਮੋਹਨਜੋਦੜੋ, ਹੜੱਪਾ, ਸਿੰਧੂ ਦੀ ਖੁਦਾਈ ਵੀ ਕਰੀਏ ਤਾਂ ਸਾਨੂੰ ਇਹਦੇ ਬਹੁਤ ਸਾਰੇ ਤੱਥ ਮਿਲਦੇ ਹਨ। ਇੱਕ ਛੋਟੀ ਜਿਹੀ ਅਸੀਂ ਗੱਲ ਹੋਰ ਵੀ ਵਿਚਾਰਦੇ ਸੀ ਕਿ ਸਿਰੀ ਜੰਤਰ ਨਾਂ ਦਾ ਇੱਕ ਅੱਜ ਕੱਲ ਇਹਦਾ ਰਿਚੁਅਲ ਵੀ ਹੈ, ਸਪਿਰਚੁਅਲ ਵੀ ਹੈ, ਰਿਲੀਜੀਅਸ ਵੀ ਵਰਡ ਹੈ। ਤੁਸੀਂ ਦੇਖਾਂਗੇ, ਤੁਸੀਂ ਇਸ ਨੂੰ ਲੱਭਣਾ ਹੈ ਨੈਟ ਦੇ ਉੱਤੋਂ, ਔਰ ਨੈਟ ਤੋਂ ਲੱਭ ਕੇ ਤੁਸੀਂ ਦੇਖਣਾ ਹੈ ਕਿ ਇਹਦੇ ਵਿੱਚ ਕਿੰਨੀਆਂ ਟ੍ਰਾਇੰਗਲਸ ਹਨ, ਕਿਹੜੀ ਟਾਈਪ ਦੀਆਂ ਟ੍ਰਾਇੰਗਲ ਹਨ, ਔਰ ਕਿਵੇਂ ਜੋੜ ਕੇ ਇੱਕ ਨਵੀਂ ਜਿਓਮੈਟ੍ਰੀਕਲ ਫਿਗਰ ਬਣਦੀ ਹੈ। ਤੋ ਇਸ ਕਰਕੇ ਮੇਰਾ ਖਿਆਲ ਅੱਜ ਅਸੀਂ ਤੁਹਾਨੂੰ ਇਸ ਨੂੰ ਐਜ਼ ਏ ਹੋਮਵਰਕ ਵੀ ਛੱਡਾਂਗੇ ਤਾਂ ਕਿ ਤੁਸੀਂ ਇਸ ਨੂੰ ਬਹੁਤ ਸੋਹਣਾ ਸਿਰੀ ਜੰਤਰ ਬਣਾ ਕੇ ਆਪਣੇ ਚਾਰਟ ਦੇ ਉੱਤੇ ਆਪਣੀ ਕਲਾਸ ਦੇ ਵਿੱਚ ਲਗਾਓ ਔਰ ਉਸ ਨੂੰ ਦੱਸ ਸਕੋ ਕਿ ਇਸ ਤਰ੍ਹਾਂ ਦਾ ਜਿਓਮੈਟ੍ਰੀਕਲ ਜਿਹੜੀਆਂ ਚੀਜ਼ਾਂ ਨੇ ਉਹ ਮਤਲਬ ਕਿ ਸਾਡੀਆਂ ਬਹੁਤ ਪਹਿਲਾਂ ਹੀ ਇਹ ਗੱਲਾਂ ਸ਼ੁਰੂ ਹੋ ਚੁੱਕੀਆਂ ਸਨ। ਠੀਕ ਹੈ, ਵੱਖਰੀ ਗੱਲ ਅੱਗੇ ਗੱਲ ਜਾ ਕੇ ਅਸੀਂ ਗੱਲ ਕਰਾਂਗੇ ਕਿ ਜਿਹੜੇ ਐਗਜ਼ੀਮ ਜਾਂ ਪੋਸਟੂਲੇਟ ਦਿੱਤੇ ਉਹਨਾਂ ਦੇ ਸਿਰ ਤੇ ਸਾਡੀ ਜਿਹੜੀ ਲੀਨੀਅਰ ਜਿਓਮੈਟਰੀ ਜਿਹਨੂੰ ਆਪਾਂ ਆਖਦੇ ਹਾਂ ਉਹ ਸਾਰੀ ਦਿੱਤੀ ਹੈ। ਮੈਂ ਤਾਂ ਸਿਰਫ ਇਸ ਦੀ ਬਿਊਟੀਫਿਕੇਸ਼ਨ ਜਿਹੜੀ ਹੈ ਉਸਨੇ ਸਵੈ ਦਿੱਤੇ ਹਨ ਕਿ ਬਰਾਬਰ ਦੇ ਵਿੱਚ ਬਰਾਬਰ ਜੋੜ ਦਈਏ ਕੋਈ ਫਰਕ ਨਹੀਂ ਪੈਂਦਾ, ਬਰਾਬਰ ਚ ਬਰਾਬਰ ਘਟਾ ਦਈਏ ਕੋਈ ਫਰਕ ਨਹੀਂ ਪੈਂਦਾ, ਬਰਾਬਰ ਨੂੰ ਬਰਾਬਰ ਚੀਜ਼ ਨਾਲ ਡਿਵਾਈਡ ਕਰ ਦਈਏ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਉਹਦਾ ਅੱਧ ਕਰ ਦਈਏ ਕੋਈ ਫਰਕ ਨਹੀਂ ਪੈਂਦਾ। ਬੱਚਿਆਂ ਨੂੰ ਮੈਮ ਇਹ ਵੀ ਲੱਗਦਾ ਹੈ ਵੀ ਜਿਵੇਂ ਇਹ ਜਿਹੜਾ ਚੈਪਟਰ ਹੈ ਅਸੀਂ ਇਹਨੂੰ ਯੂਜ਼ ਕਿੱਥੇ ਕਰਦੇ ਹਾਂ, ਪਰ ਸਭ ਤੋਂ ਜ਼ਿਆਦਾ ਯੂਜ਼ ਬੱਚੇ ਕਰ ਰਹੇ ਹੁੰਦੇ। ਮੇਰਾ ਮਨ ਥੋੜਾ ਉਤਾਵਲਾ ਵੀ ਸੀ ਕਿ ਜਿਵੇਂ ਉਹਨੇ ਆਖਿਆ ਇੱਕ ਸਵੈ ਸਟਿਚ ਕਿ ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਤਾਂ ਦੱਸੋ ਤੁਸੀਂ ਇਹ ਕਿੱਥੇ ਪੜ੍ਹਦੇ ਹੋ? ਰਾਈਟ ਫਰੋਮ ਅਸੀਂ 6ਵੀਂ ਕਲਾਸ ਵਿੱਚ ਹੀ ਬੱਚਿਆਂ ਨੂੰ ਫ੍ਰੈਕਸ਼ਨ ਚ ਦੱਸ ਦਿੰਦੇ ਆ ਕਿ ਪੂਰਨ ਜਿਹੜਾ ਹੈ ਉਹ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਕਿੰਨੀ ਵੱਡੀ ਗੱਲ ਹੈ। ਮਤਲਬ ਸਾਨੂੰ ਲੱਗਦਾ ਹੈ ਕਿ ਯੂਕਲਿਡ ਨੇ ਸਿਰਫ ਜਿਓਮੈਟਰੀ ਤੇ ਹੀ ਕੰਮ ਕੀਤਾ। ਨੋ, ਹੀ ਹੈਜ਼ ਗਿਵਨ ਇਹੋ ਜਿਹੀਆਂ ਮੂਲ ਧਾਰਨਾਵਾਂ ਦੇ ਦਿੱਤੀਆਂ ਜਿਹਦੇ ਨਾਲ ਸਾਡਾ ਮੈਥ ਜਿਹੜਾ ਸੀ ਉਹ ਪਨਪਨਾ ਸ਼ੁਰੂ ਹੋ ਗਿਆ, ਜਿਸ ਉੱਤੇ ਅਸੀਂ ਕੰਮ ਕਰਨਾ ਸ਼ੁਰੂ ਕਰਤਾ। ਔਰ ਸਭ ਤੋਂ ਜ਼ਿਆਦਾ ਮੈਂ ਬੱਚਿਆਂ ਨੂੰ ਦੱਸਿਆ ਵੀ ਇਹ ਜਿਹੜੀਆਂ ਸਟੇਟਮੈਂਟ ਸਾਨੂੰ ਯੂਜ਼ ਹੁੰਦੀਆਂ ਜਦੋਂ ਅਸੀਂ ਪ੍ਰੂਫ ਕਰਦੇ ਹਾਂ, ਸਭ ਤੋਂ ਇੰਪੋਰਟੈਂਟ ਉਦੋਂ ਅਸੀਂ ਯੂਜ਼ ਕਰਦੇ ਹਾਂ ਇਹਨਾਂ ਨੂੰ। ਤੁਸੀਂ ਗਾਂਗਾ ਥਿਓਰਮ ਜਦੋਂ ਕਰੋਗੇ ਤੁਸੀਂ ਲਿਖੋਗੇ ਕਈ ਵਾਰ ਕਿ ਦੋਵੇਂ ਪਾਸੇ ਜੋੜਨ ਨਾਲ, ਜਾਂ ਪਹਿਲੀ ਜਿਹੜੀ ਤੁਹਾਡੀ ਆਇਆ ਹੈ ਰਿਜ਼ਲਟ ਆਇਆ ਉਸ ਨੂੰ ਦੋਵਾਂ ਨਾਲ ਜੋੜਨ ਨਾਲ ਯੂ ਵਿਲ ਗੈਟਿੰਗ ਆਨਸਰ। ਉੱਥੇ ਅਸੀਂ ਹਰ ਵਾਰ ਲਿਖਦੇ ਨਹੀਂ ਵੀ ਯੂਕਲਿਡ ਨੇ ਕਿਹਾ, ਪਰ ਕਿਹਾ ਉਹਨਾਂ ਨੇ ਹੀ ਹੈ। ਹਾਂਜੀ, ਯੈਸ, ਇਹ ਬਹੁਤ ਹੀ ਇੰਪੋਰਟੈਂਟ ਗੱਲ ਮੈਡਮ ਨੇ ਦੱਸੀ ਹੈ। ਅਸੀਂ ਕਈ ਵਾਰ ਦੋਵੇਂ ਪਾਸੇ ਡਿਵਾਈਡ ਕਰ ਦਿੰਨੇ ਹਾਂ, ਠੀਕ ਹੈ, ਤਦ ਵੀ ਪਰ ਅਸੀਂ ਆਪਣੇ ਕੈਲਕੂਲੇਸ਼ਨ ਨੂੰ ਸਿੰਪਲਰ ਹੋਰ ਰਿਜ਼ਲਟ ਨੂੰ ਕੱਢਣ ਵਾਸਤੇ ਲਿਖਦੇ ਹੁੰਦੇ ਆ, ਪਰ ਇਹ ਗੱਲਾਂ ਆਈਆਂ ਯੂਕਲਿਡ ਤੋਂ ਹੀ ਹਨ। तो ਹੁਣ मैडम पोस्टुलेट ਦੀ ਗੱਲ ਕਰਦੇ ਹਨ, ਫਿਰ ਅਸੀਂ ਦੇਖਦੇ ਹਾਂ ਵੀ ਕਿੰਨੀਆਂ ਬਿਊਟੀਫੁਲ ਗੱਲਾਂ ਦੇ ਵਿੱਚ ਆ ਰਹੀਆਂ ਹਨ। ਹਾਂਜੀ ਮੈਡਮ, ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਇੱਕ ਸਿੱਧੀ ਰੇਖਾ ਖਿੱਚੀ ਜਾ ਸਕਦੀ ਹੈ। ਹੁਣ ਬੱਚੇ ਤਾਂ ਮੈਂ ਇਹੀ ਸੋਚਦੇ ਆ ਵੀ ਕਿੰਨਾ ਸੌਖਾ ਹੈ, ਇੱਕ ਇੱਥੇ ਅਸੀਂ ਲਗਾਇਆ, ਇੱਕ ਇੱਥੇ ਬਿੰਦੂ ਲਗਾਇਆ ਤੇ ਉਹਦੇ ਵਿੱਚੋਂ ਇੱਕ ਹੀ ਰੇਖਾ ਜਾਏਗੀ। ਲੇਕਿਨ ਇਹ ਸਭ ਤੋਂ ਪਹਿਲਾਂ ਇਹ ਗੱਲ ਨੂੰ ਕਥਨ ਦੇ ਰੂਪ ਚ ਕਿਹਨੇ ਬੋਲਿਆ? ਉਹ ਯੂਕਲਿਡ ਸਨ। ਤਾਂ ਅਸੀਂ ਬਾਅਦ ਚ ਇੱਕ ਥਿਓਰਮ ਵੀ ਪੜ ਲੈਣੇ ਆ ਇਹਨਾਂ ਨੂੰ ਕਿ ਇੱਕ ਹੀ ਰੇਖਾ ਦੋ ਬਿੰਦੂਆਂ ਚ ਸਿਰਫ ਇੱਕ ਹੀ ਸਰਲ ਰੇਖਾ ਖਿੱਚੀ ਜਾ ਸਕਦੀ ਹੈ। ਠੀਕ ਹੈ, तो फर्स्ट इट वाज ए पोस्टुलेट। ਹਾਂਜੀ ਨੈਕਸਟ। ਹਾਂਜੀ, ਦਿੱਤੇ ਹੋਏ ਦੋ ਵੱਖ-ਵੱਖ ਬਿੰਦੂਆਂ ਤੋਂ ਹੋ ਕੇ ਇੱਕ ਵਿਲੱਖਣ, ਇਹਨੂੰ ਹੁਣ ਅਸੀਂ ਇਸ ਰੂਪ ਚ ਪੜ੍ਹਦੇ ਹਾਂ ਅੱਜਕੱਲ। ਤੇ ਉਸ ਤੋਂ ਬਾਅਦ ਇੱਕ ਸ਼ਾਂਤ ਰੇਖਾ ਨੂੰ ਨਿਸ਼ਚਿਤ ਰੂਪ ਨਾਲ ਵਧਾਇਆ ਜਾ ਸਕਦਾ ਹੈ। ਇਹ ਗੱਲ ਤੁਸੀਂ ਸ਼ਾਇਦ ਬੱਚੇ ਮੈਡਮ ਪਹਿਲੀ ਵਾਰੀ ਸੁਣ ਰਹੇ ਕਿ ਸ਼ਾਂਤ ਰੇਖਾ, ਦਿਸ ਇਜ਼ ਅ ਵੈਰੀ ਗੁੱਡ ਨੇਮ, ਬਹੁਤ ਹੀ ਸੋਹਣਾ ਲੱਗਦਾ ਹੈ। ਯਾਨੀ ਕਿ ਜਰਾ ਜਿਸ ਨੂੰ ਤੁਸੀਂ ਰੇਖਾ ਖੰਡ ਕਰਦੇ ਸੀ, ਜਿਹਦੇ ਕਿ ਦੋਨੇ ਬਿੰਦੂ ਜਿਹੜੇ ਹੈ ਸ਼ੁਰੂਆਤ ਵਾਲਾ ਆਰੰਭਕ ਤੇ ਨਿਸ਼ਚਿਤ ਜਿਹੜਾ ਅੰਤ ਬਿੰਦੂ ਹੈ ਉਹ ਫਿਕਸਡ ਹਨ। ਮਤਲਬ ਰੇਖਾ ਇਸ ਵੇਲੇ ਸ਼ਾਂਤ ਬੈਠੀ ਹੈ, ਉਹਦੀ ਨਿਸ਼ਚਿਤ ਲੰਬਾਈ ਹੈ। ਜਦੋਂ ਇਹ ਆਪਣੀ ਸ਼ਾਂਤ ਰੇਖਾ ਨੂੰ ਉਹਨਾਂ ਨੇ ਦੱਸਿਆ ਕਿ ਦੋਵੇਂ ਪਾਸੇ ਵਧਾਈ ਜਾ ਸਕਦੀ ਹੈ ਔਰ ਅਨੰਤ ਤੱਕ ਵਧਾਈ ਜਾ ਸਕਦੀ। ਜੇ ਅਸੀਂ ਇੱਕ ਪਾਸੇ ਵਧਾਈਏ ਤੇ ਕੀ ਆਖਾਂਗੇ ਇਹਨਾਂ ਨੂੰ? ਅਗਰ ਅਸੀਂ ਕਿਰਨ ਬਣ ਜਾਏਗੀ। ਜੇ ਅਗਰ ਅਸੀਂ ਦੋਨੋਂ ਪਾਸੇ ਇਸ ਨੂੰ ਵਧਾਉਣਾ ਸ਼ੁਰੂ ਕਰ ਦਈਏ ਤਾਂ ਇਟ ਵਿਲ ਬਿਕਮ ਏ, क्या बन जाएगी? इट विल बिकम ए लाइन। यस, ਕਿਸੇ ਨੂੰ ਕੇਂਦਰ ਮੰਨ ਕੇ ਅਤੇ ਕਿਸੇ ਵੀ ਅਰਧ ਵਿਆਸ ਦਾ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ। ਹੁਣ ਇਹ ਗੱਲਾਂ ਚਾਹੇ ਬੱਚਿਆਂ ਨੂੰ ਵੈਰੀ ਆਬਵੀਅਸ ਦੱਸ ਰਹੇ ਆ, ਬੜਾ ਸਿੰਪਲ ਕਿ ਅਸੀਂ ਤੇ ਪ੍ਰਕਾਰ ਨਾਲ ਬੜੀ ਵਾਰੀ ਖੋਲਿਆ, ਪ੍ਰਕਾਰ ਖੋਲੀ, ਐਵੇਂ ਕਮਾਇਆ, ਲੋ ਜੀ ਬਣ ਗਿਆ। ਇੱਥੇ ਪਰ ਇਹ ਲਿਖਣਾ, ਲਿਖ ਕੇ ਉਸ ਨੂੰ ਕਲਮ ਬੰਦ ਕਰਕੇ ਇੱਕ ਹਮੇਸ਼ਾ ਲਈ ਧਾਰਨਾ ਬਣ ਜਾਣੀ, ਇਹ ਯੂਕਲਿਡ ਦਾ ਹੀ ਸਾਹਸ ਸੀ। ਉਸ ਨੇ ਹੀ ਇਹ ਸਾਹਸ ਕੀਤਾ ਕਿ ਲੋ ਜੀ ਇਸ ਨੂੰ ਜਿਹੜਾ ਮਰਜੀ ਦੱਸੇ ਕੋਈ ਹੈ। ਦੇਖੋ, ਔਰ ਸਭ ਤੋਂ ਵੱਡੀ ਗੱਲ ਹੈ ਬੱਚਿਓ, ਕਿੰਨੇ ਸਾਲ 300 ਮਤਲਬ 2500 ਸਾਲ ਆਪਾਂ ਮੰਨ ਸਕਦੇ ਹਾਂ ਮੈਮ, ਤੇ ਕੋਈ ਕੰਟਰਡਿਕਸ਼ਨ ਨਹੀਂ ਹੋਈ 2500 ਸਾਲਾਂ ਦੇ। ਇਹੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਕਿੰਨਾ ਜ਼ਿਆਦਾ ਸਟਰੋਂਗ ਵਿਊ ਸੀ ਕਿ ਅਜੇ ਤੱਕ ਅਸੀਂ ਇਹਦੀ ਕੰਟਰਡਿਕਸ਼ਨ ਨਹੀਂ ਲੱਭ ਸਕੇ। ਠੀਕ ਹੈ। ਚੌਥਾ,
ਧਾਰਨਾ ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ, ਇਹ ਵੀ ਆਪਾਂ ਯੈਸ ਤੁਸੀਂ ਮਿਣੋ ਜਿਵੇਂ ਜਿੰਨੇ ਮਰਜੀ ਹਜ਼ਾਰਾਂ ਸਾਰੀ ਕਲਾਸ ਨੂੰ ਕਹੋ ਕਿ 10-10 ਸਮਕੋਣ ਬਣਾਓ, ਸਿੱਧਾ ਬਣਾਓ, ਇੱਧਰ ਬਣਾਓ, ਇੱਧਰ ਬਣਾਓ, ਔਰ ਆਲ ਕੀਪ ਔਨ ਮੇਜਰਿੰਗ। ਕਿਹਦੇ ਨਾਲ ਮੇਜਰ ਕਰੋਗੇ ਤੁਸੀਂ? ਆਪਣੀ ਡੀ ਨਾਲ ਜਾਂ ਸੈਟ ਸਕੁਅਰ ਦਾ ਇੱਕ ਹਿੱਸਾ ਹੈ ਉਹਦੇ ਨਾਲ ਮੇਜਰ ਕਰਦੇ ਜਾਓ। ਮੈਂ ਥੋੜੇ ਜਿਹੇ ਬਣਾਏ ਹਨ। ਯੈਸ ਐਵਰੀ ਟਾਈਪ ਆਫ ਦਿਸ, ਐਵਰੀ ਨੁੱਕਰ 'ਚ ਜਾ ਕੇ ਦੇਖੋ, you will feel ਕਿ ਸਮਕੋਣ ਸਾਡੇ ਬਰਾਬਰ ਹੀ ਹੁੰਦੇ ਹਨ। ਸੋ ਬਿਊਟੀਫੁਲ ਥਿੰਗਸ ਹੀ ਹੈਜ਼ ਗਿਵਨ। ਔਰ ਪੰਜਵੀਂ ਦੀ ਗੱਲ ਕਰਦੇ ਹਾਂ ਮੈਡਮ, ਵੈਰੀ ਵੈਰੀ ਇੰਪੋਰਟੈਂਟ। ਇਹਦੇ ਵਿੱਚ ਬਹੁਤ ਸਾਰੀਆਂ ਇੰਡੀਕੇਸ਼ਨਸ ਦੇ ਗਿਆ, ਔਰ ਅਗਰ ਤੁਸੀਂ ਮੈਡਮ ਨੂੰ ਪੜਨਗੇ ਫਿਰ ਮੈਂ ਤੁਹਾਨੂੰ ਸਮਝਾਉਂਦੀ ਹਾਂ ਕਿ ਹਾਂਜੀ ਪੜੋ। ਇੱਕ ਸਿੱਧੀ ਰੇਖਾ ਦੋ ਸਿੱਧੀਆਂ ਰੇਖਾਵਾਂ ਤੇ ਡਿੱਗ ਕੇ ਇੱਕੋ ਪਾਸੇ ਦੋ ਅੰਦਰਲੇ ਕੋਣ ਬਣਾਉਂਦੀ ਹੈ। ਹਾਂ ਤੁਸੀਂ ਬਣਾਓ ਨਾਲ ਨਾਲ ਦੋ, ਹਾਂਜੀ ਦੋ ਸਿੱਧੀਆਂ ਰੇਖਾਵਾਂ ਤੇ ਇੱਕ ਸਿੱਧੀ ਰੇਖਾ ਡਿੱਗੋ, ਠੀਕ ਹੈ। ਜੇਕਰ ਇਹਨਾਂ ਦੋਵੇਂ ਕੋਣਾਂ ਦੇ ਜੋੜ ਮਿਲ ਕੇ ਦੋ ਸਮਕੋਣਾਂ ਤੋਂ ਘੱਟ ਹੋਣ ਤਾਂ ਉਹ ਦੋਨੇ ਸਿੱਧੀਆਂ ਰੇਖਾਵਾਂ ਅਨਿਸ਼ਚਿਤ ਰੂਪ ਨਾਲ ਵਧਾਏ ਜਾਣ ਤੇ ਉਸ ਪਾਸੇ ਵਿੱਚ ਮਿਲਦੀਆਂ ਹਨ ਜਿਸ ਪਾਸੇ ਦੇ ਦੋ ਅੰਦਰਲੇ ਕੋਣਾਂ ਦਾ ਜੋੜ ਦੋ ਸਮਕੋਣਾਂ ਤੋਂ ਘੱਟ ਹੁੰਦਾ ਹੈ। ਇਹ ਬੱਚੋ ਇਹਨੂੰ ਜਿੰਨਾ ਹੀ ਵਧੀਆ ਲਿਖਿਆ ਉਨੀ ਤਰ੍ਹਾਂ ਹੀ ਇਹਨੂੰ ਚੰਗੀ ਤਰ੍ਹਾਂ ਵੇਖਣਾ ਹੈ। ਯੈਸ ਦਿਸ ਦ ਪਿਕਚਰ ਜਿਹੜੀ ਤੁਸੀਂ ਬਣਾ ਲਈ ਹੋਏਗੀ। ਅਗਰ ਕੋਈ ਸੇ ਰੇਖਾ ਜਿਹੜੀ ਹੈ ਸਿੱਧੀ ਰੇਖਾ ਦੋ ਇਹੋ ਜਿਹੀਆਂ ਰੇਖਾਵਾਂ ਤੇ ਡਿੱਗਦੀ ਹੈ, ਬਾਅਦ ਚ ਅਸੀਂ ਇਹਨੂੰ ਟ੍ਰਾਂਸਵਰਸਲ ਵੀ ਆਖਾਂਗੇ, ਕਾਟਵੀ ਰੇਖਾ ਦਾ ਵੀ ਨਾਂ ਦਿਆਂਗੇ, ਪਰ ਇਹਦੇ ਅੰਦਰਲੇ ਬਣੇ ਕੋਣ ਜਿਹੜੇ ਕਿ 1 ਤੇ 2 ਦੇ ਨਾਲ ਦਿਖਾਏ ਗਏ ਹਨ, ਜੇਕਰ ਨਾ ਦਾ ਜੋੜ 180 ਡਿਗਰੀ ਤੋਂ ਘੱਟ ਦੋ ਸਮਕੋਣ ਕਹੇ, ਕਿਉਂਕਿ ਮੈਂ ਉਦੋਂ ਤੱਕ ਸਿਰਫ ਡਿਗਰੀਆਂ ਨਹੀਂ ਸੀ ਡਿਫਾਈਨ ਹੋਈਆਂ, ਹਾਂ ਸਮਕੋਣ ਤੋਂ ਘੱਟ ਹੋਵੇ ਤਾਂ ਅਗਰ ਇਹਨਾਂ ਦੇ ਅਸੀਂ ਰੇਖਾਵਾਂ ਨੂੰ ਉਸੇ ਪਾਸੇ ਵਧਾਈਏ ਜਿੱਧਰ ਅਸੀਂ ਕੋਣਾਂ ਦਾ ਜੋੜ ਜਿਹੜਾ ਹੈ ਉਹ ਦੋ ਸਮਕੋਣ ਤੋਂ ਘੱਟ ਹੈ ਤੇ ਤੁਹਾਡੀ ਇਮੇਜਿਨੇਸ਼ਨ ਚ ਆ ਗਿਆ ਹੋਏਗਾ ਕਿ ਇਹ ਕਿਤੇ ਨਾ ਕਿਤੇ ਕੱਟਣਗੀਆਂ, ਠੀਕ ਹੈ। ਤੋ ਇਸ ਤਰ੍ਹਾਂ ਇਹਦੇ ਨਾਲ ਇੱਕ ਸਵੈ ਸਿੱਧ ਜਿਹੜਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਲੁਕਵੀਆਂ ਚੀਜ਼ਾਂ ਸਾਨੂੰ ਦੇ ਗਏ। ਇਸ ਸਵੈ ਸਿੱਧ ਨੂੰ ਹੀ ਅੱਗੇ ਜਾ ਕੇ ਫਿਰ ਸਾਨੂੰ ਇੱਕ ਪੈਰਲਲ ਸਮਾਂਤਰ ਰੇਖਾਵਾਂ ਦਾ ਵੀ ਇੱਕ ਬਹੁਤ ਸਾਡਾ ਸੰਕਲਪ ਸਾਡੇ ਕੋਲ ਅੱਗੇ ਆਇਆ ਕਿ ਜੇ ਇਹ ਜਿਹੜੇ ਬਣੇ ਹੋਏ ਕੋਣ ਇਸ ਤਰ੍ਹਾਂ ਅਗਰ ਕੋਈ ਰੇਖਾ ਡਿੱਗਦੀ ਹੈ ਦੋ ਸਰਲ ਰੇਖਾਵਾਂ ਤੇ, ਅਗਰ ਉਹਨਾਂ ਦੋਵੇਂ ਅੰਦਰਲੇ ਕੋਣਾਂ ਦਾ ਜੋੜ ਦੋ ਸਮਕੋਣ ਦੇ ਬਰਾਬਰ ਹੋਏ ਤੇ ਫਿਰ ਰੇਖਾਵਾਂ ਨਹੀਂ ਜੇ ਮਿਲਣੀਆਂ, ਦੋਨੋਂ ਪਾਸੇ ਨਹੀਂ ਮਿਲਣਗੀਆਂ, ਯੂ ਕੈਨ ਚੇਂਜ, ਠੀਕ ਹੈ। ਤੋ ਇਹਦੇ ਨਾਲ ਬਹੁਤ ਸਾਰੇ ਹੋਰ ਵੀ ਕਨਸੈਪਟ ਨਿਕਲੇ। ਇਟ ਇਜ਼ ਅ ਵੈਰੀ ਬਿਊਟੀਫੁਲ ਲੈਸਨ ਆਈ ਵੁੱਡ ਲਾਈਕ ਟੂ ਸੇ। ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਚਾਹੇ ਤੁਸੀਂ ਇੰਗਲਿਸ਼ ਮੀਡੀਅਮ ਚ ਪੜ੍ਹ ਰਹੇ ਹੋ ਚਾਹੇ ਤੁਸੀਂ ਪੰਜਾਬੀ ਚ ਪੜ੍ਹ ਰਹੇ ਹੋ, ਯੂ ਮਸਟ ਗੋ ਥਰੂ, ਯੂ ਰੀਡ ਇਟ ਐਜ਼ ਅ ਸਟੋਰੀ, ਇੱਕ ਸਟੋਰੀ ਦੀ ਤਰ੍ਹਾਂ ਪੜ੍ਹੋ ਔਰ ਖੋਜਾਂ ਕੱਢੋ ਕਿ ਕਿਆ ਕਿਆ ਉਹਨਾਂ ਨੇ ਸੋਚਿਆ, ਕਿਆ ਅਸੀਂ ਵੀ ਕੋਈ ਇਹੋ ਜਿਹਾ ਐਗਜ਼ੀਅਮ ਦੇ ਸਕਦੇ ਹਾਂ, ਇਹੋ ਜਿਹਾ ਪੋਸਟੂਲੇਟ ਬਣਾ ਸਕਦੇ ਹਾਂ ਜਿਸ ਨੂੰ ਅਨਚੈਲੰਜੇਬਲ ਹੋਣ। ਹੁਣ ਕਿਉਂਕਿ ਸਮਾਂ ਜਰਾ ਘੱਟ ਹੈਗਾ ਤਾਂ ਮੈਡਮ ਨੇ ਫਟਾਫਟ ਕੁਐਸਚਨਸ ਬਣਾਏ ਹਨ। ਕੁਝ ਕੁਐਸਚਨ ਮੈਮ ਮੈਂ ਬਿਲਕੁਲ ਜੋ ਰੂਟੀਨ ਲਾਈਫ ਵਾਲੇ ਜਿਵੇਂ ਹਾਂਜੀ the things which are double of the same things are, ਹਾਂਜੀ the things which are double of the same things are ਕੀ ਹੋਣਗੀਆਂ ਇਕੁਅਲ। ਉਸ ਤੋਂ ਬਾਅਦ ਬੇਟੇ ਕੁਐਸਚਨ ਹੈ, ਮੈਂ ਥੋੜੇ ਇੰਗਲਿਸ਼ ਚ ਇਸ ਲਈ ਲਿਖਿਆ ਮੈਮ ਕਿ ਇੰਗਲਿਸ਼ ਮੀਡੀਅਮ ਵਾਲੇ ਬੱਚੇ ਨੇ ਨਾ, ਯੂ ਆਰ ਇਨ ਕਲਾਸ 9 ਤੁਸੀਂ ਇਸ ਨੂੰ ਆਸਾਨੀ ਨਾਲ ਸਮਝ ਸਕਦੇ ਹੋ। ਜੋਹਨ ਇਜ਼ ਦ ਸੇਮ ਏਜ ਐਜ਼ ਮੋਹਨ, ਰਾਮ ਇਜ਼ ਆਲਸੋ ਆਫ ਦ ਸੇਮ ਏਜ ਐਜ਼ ਮੋਹਨ, ਸਟੇਟ ਦ ਯੂਕਲਿਡਸ ਐਗਜ਼ੀਓਮ ਦੈਟ ਇਲਸਟ੍ਰੇਟ ਦ ਰਿਲੇਟਿਵ ਏਜ ਆਫ ਜੋਨ ਐਂਡ ਰਾਮ। ਤੁਸੀਂ ਇੱਕਦਮ ਤਾਂ ਕਹਿ ਦੋਗੇ ਹਾਂਜੀ ਜੋਨ ਤੇ ਰਾਮ ਵੀ ਸੇਮ ਏਜ ਦੇ ਹੋਣਗੇ, ਲੇਕਿਨ ਤੁਸੀਂ ਦੱਸਣਾ ਹੈ ਕਿ ਤੁਸੀਂ ਕਿਹੜਾ ਯੂਕਲਿਡ ਦਾ ਐਗਜ਼ੀਓਮ ਯੂਜ਼ ਕੀਤਾ। ਇਹ ਇਹਨਾਂ ਦਾ ਮੈਂ ਮੰਨ ਲਓ ਇੱਕ ਤ੍ਰਿਭੁਜ ਦਾ ਖੇਤਰਫਲ ਇੱਕ ਵਰਗ ਦੇ ਬਰਾਬਰ ਹੈ, ਇੱਕ ਆਇਤ ਦਾ ਵੀ ਉਸੇ ਵਰਗ ਦੇ ਬਰਾਬਰ ਹੈ, ਫਿਰ ਤੁਸੀਂ ਇਹ ਦੇਖਣਾ ਵੀ ਕਿਹੜੀਆਂ ਦੋ ਚੀਜ਼ਾਂ ਦਾ ਆਪਸ ਵਿੱਚ ਬਰਾਬਰ ਹੈ ਔਰ ਕਿਹੜਾ ਐਗਜ਼ੀਓਮ ਯੂਜ਼ ਕੀਤਾ, ਦੈਟ ਇਜ਼ ਮੋਰ ਇੰਪੋਰਟੈਂਟ, ਠੀਕ ਹੈ। ਤੇ ਇੱਕ ਮੈਂ ਇਹਨਾਂ ਨੂੰ ਦੱਸਿਆ ਸੀ ਦਾ 3 ਸਟੈਪਸ ਫਰਮ ਸੋਲਿਡਸ ਟੂ ਪੁਆਇੰਟਸ ਤੇ ਜਾਣ ਦੇ ਕੀ ਸਟੈਪ ਹਨ। ਇਹਦਾ ਸੋਹਣੀ ਜੀ ਇੱਕ ਸੀਰੀਜ਼ ਬਣਾ ਕੇ ਆਪਣੀ ਕਲਾਸ ਚ ਟੰਗੋ। ਹਾਂਜੀ ਹਾਂਜੀ। ਉਸ ਤੋਂ ਬਾਅਦ ਮੈਮ ਮੈਂ ਇੱਕ ਇਹਨਾਂ ਨੂੰ ਇਕੁਏਸ਼ਨ ਸੋਲਵ ਕਰਨ ਲਈ ਰੱਖਿਆ ਸੀ ਕਿ ਜਿਵੇਂ a ਮਾਈਨਸ ਇਹਨੂੰ ਆਪਾਂ ਸੋਲਵ ਕਰਨਾ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਦੇਖੋ ਬੇਟਾ a ਮਾਈਨਸ ਤੁਸੀਂ ਕਿਵੇਂ ਕਰਦੇ ਹੋ, ਦੋਨੋਂ ਪਾਸੇ 15 ਮੈਮ ਅਸੀਂ ਇਹਨਾਂ ਨੂੰ 6th ਕਲਾਸ ਚੋਂ ਆਪਾਂ ਕਰਾਉਣਾ ਸ਼ੁਰੂ ਕਰਦੇ ਹਾਂ। a ਦੀ ਵੈਲਿਊ ਕੱਢਣ ਲਈ ਅਸੀਂ ਉਹ ਸੰਖਿਆ ਜੋੜ ਦਿੰਨੇ ਹਾਂ ਜਿਹਦੇ ਨਾਲ ਸਾਡੇ ਕੋਲ ਕੱਲਾ a ਹੀ ਰਹਿ ਜਾਏ। -15 ਸੀ ਅਸੀਂ 15 ਜੋੜਤਾ, ਪਰ ਸਾਡੀ ਇਕੁਏਸ਼ਨ 'ਚ ਕੋਈ ਫਰਕ ਨਹੀਂ ਪਿਆ, ਪਰ ਸਾਡੀ a ਦੀ ਵੈਲਿਊ ਆ ਗਈ। ਤੇ ਇਹਦੇ 'ਚ ਮੈਮ ਮੈਂ ਬੱਚਿਆਂ ਨੂੰ ਦੱਸਣਾ ਚਾਹ ਰਹੀ ਸੀ ਵੀ ਯੂਜ਼ਿੰਗ ਯੂਕਲਿਡ ਸੈਕੰਡ ਐਗਜ਼ੀਓਮ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੇ ਬਰਾਬਰਾਂ ਦੇ ਵਿੱਚ ਇੱਕੋ ਜੇ ਬਰਾਬਰ ਜੋੜ ਦਿੱਤੇ ਜਾਣ ਤਾਂ ਸਾਨੂੰ ਬਰਾਬਰ ਮਿਲਦੇ ਹਨ। ਯੈਸ, ਕੋਈ ਫਰਕ ਨਹੀਂ ਪੈਂਦਾ। ਹਾਂਜੀ, ਕਹਿਣ ਦਾ ਮੈਂ ਇਹ ਦੱਸਣਾ ਚਾਹੁੰਦੀ ਸੀ ਮੈਮ ਕਿ ਬੱਚਿਓ ਤੁਸੀਂ ਇਸ ਨੂੰ 7th ਤੋਂ ਯੂਜ਼ ਕਰਦੇ ਆ ਰਹੇ ਹੋ, ਕਿੰਨਾ ਈਜ਼ੀਲੀ ਯੂਜ਼ ਕਰਦੇ ਹੋ, ਬਸ ਹੁਣ ਅਸੀਂ ਸਿਰਫ ਪੜ੍ਹਿਆ ਜਾਣਿਆ। ਸ਼ਾਇਦ ਅਸੀਂ ਐਗਜ਼ੀਅਮ ਪੋਸਟੂਲੇਟ ਸਵੈ ਸਿੱਧ ਦਾ ਨਾਂ ਲੈਂਦੇ ਤੇ ਬੜਾ ਔਖਾ ਲੱਗਣਾ ਸੀ, ਪਰ ਹੁਣ ਤੁਸੀਂ ਯੂਜ਼ ਕਰਦੇ ਆਏ, ਹੁਣ ਆਪਾਂ ਇਹਦਾ ਨਾਮ ਵੀ ਯਾਦ ਕਰ ਲੈਣੇ ਆ, ਇਟ ਵਿਲ ਬੀ ਈਜ਼ੀਅਰ ਫॉर ਯੂ। ਇੱਕ ਮੈਂ ਕੁਐਸਚਨ ਜਾਂਦੇ ਬੱਚਿਆਂ ਨੂੰ ਦੇ ਦਵਾਂ ਜੀ। ਹਾਂਜੀ ਹਾਂਜੀ। ਰੀਡ ਦਾ ਫੋਲੋਇੰਗ ਸਟੇਟਮੈਂਟ, ਅ ਸਕੁਅਰ ਇਜ਼ ਅ ਪੋਲੀਗਨ made up of 4 line segments.
out of which length of 3 line segments are equal to the length of 4th one and all its angles are right angles. Define the term used in this definition which you feel necessary. Yes. Are these there any undefined terms? मैं क्वेश्चन ਤਾਂ ਬੜਾ ਕਰਾਉਣਾ ਚਾਹੁੰਦੀ ਸੀ ਮੈਮ ਪਰ ਹੁਣ ਟਾਈਮ ਦੀ ਘਾਟ ਕੋਈ ਹੈ। ਗੱਲ ਨਹੀਂ, we will take another period for this Euclid. ਹਾਂਜੀ ਜੀ, ਆਪਾਂ ਨੂੰ ਮਿਲਿਆ ਤਾਂ ਸੀ ਬੇਟੇ ਜ਼ਰੂਰ, ਤੁਸੀਂ ਪਰ ਇਹਦੇ ਬਾਰੇ ਸੋਚ ਕੇ ਆਣਾ ਹੈ। ਹਾਂ, ਕਿ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇੱਕ ਜਿਹੜਾ ਵਰਗ ਹੈ ਉਹ ਇੱਕ ਅਜਿਹੀ ਬਹੁਭੁਜ ਹੈ ਜਿਹੜੀਆਂ ਕਿ 4 ਰੇਖਾ ਖੰਡਾਂ ਤੋਂ ਬਣੀ ਹੈ, ਜਿਨ੍ਹਾਂ ਵਿੱਚੋਂ 3 ਦੀ ਜਿਹੜੀ ਲੰਬਾਈ ਹੈ ਉਹ ਚੌਥੇ ਦੇ ਬਰਾਬਰ ਹੈ ਅਤੇ ਇਸ ਦੇ ਚਾਰੇ ਜਿਹੜੇ ਕੋਣ ਹਨ ਸਮਕੋਣ ਹਨ। ਤੁਸੀਂ ਹੁਣ ਦੱਸਣਾ ਹੈ ਵੀ ਇਹਦੇ ਵਿੱਚੋਂ ਕਿਹੜੀਆਂ ਟਰਮਸ ਨੇ ਜਿਹੜੀਆਂ ਕਿ ਅਨਡਿਫਾਈਨਡ ਹੈ ਤੇ ਕਿੰਨਾ ਦੀ ਡੈਫੀਨੇਸ਼ਨ ਸਾਨੂੰ ਪਤਾ ਹੋਣੀ ਚਾਹੀਦੀ ਹੈ ਇਸ ਚੀਜ਼ ਨੂੰ ਪ੍ਰੂਵ ਕਰਨ। ਇੱਕ ਹੋਰ ਛੋਟਾ ਜਿਹਾ ਹੋਮਵਰਕ ਮੈਂ ਤੁਹਾਨੂੰ ਪਹਿਲਾਂ ਵੀ ਆਂਦੇ ਹੀ ਜਦੋਂ ਮੈਂ ਜੁਆਇਨ ਕੀਤਾ ਸੀ, ਕਿਹੜਾ ਆਖਿਆ ਸੀ, ਸਿਰੀ ਯੰਤਰ ਦਾ ਤੁਸੀਂ ਇੱਕ ਬਹੁਤ ਸੋਹਣਾ ਜਿਹਾ ਚਾਰਟ ਬਣਾ ਕੇ ਰੱਖਣਾ ਹੈ, ਤਾਂ ਦੈਟ ਵਿਲ ਵੀ ਸਾਨੂੰ ਪਤਾ ਲੱਗੇ ਵੀ ਇਹ ਕੀ ਹੈ, ਇਹ ਜਿਓਮੈਟ੍ਰੀਕਲ ਇੱਕ ਪੈਟਰਨ ਹੈ। तो बहुत बहुत थैंक्स मैडम ਦਾ ਵੀ ਔਰ ਸੁਸਾਇਟੀ ਦਾ ਵੀ ਕਿ ਆਪਾਂ ਨੂੰ ਇਹ ਲੈਸਨ ਕਰ ਲਿਆ। ਮੇਰਾ ਖਿਆਲ ਅਸੀਂ ਇੱਕ ਵਾਰੀ ਯੂਕਲਿਡ ਦੇ ਉੱਤੇ ਗੱਲ ਕਰਨ ਲਈ ਮਿਲਾਂਗੇ। ਹਾਂ, ਤੁਸੀਂ ਇਸ ਨੂੰ ਪੜ੍ਹਨਾ ਜ਼ਰੂਰ ਹੈ। ਥੈਂਕ ਯੂ ਵੈਰੀ ਮਚ ਬੇਟਾ। ਥੈਂਕ ਯੂ।